ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं हाँ जगजीत सिंह जीता। नानकसर ਸਾਊਥਹੈਂਪਟਨ ਗੁਰਦੁਆਰਾ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ। ਕਰਨੀ ਕਿਉਂ ਪੈ ਰਹੀ ਹੈ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਵਾਂ। ਮੇਰੇ ਨਾਲ ਸਰਦਾਰ ਅਮਰੀਕ ਸਿੰਘ ਸੰਧੂ ਵੀ ਨੇ। ਅੱਜ ਗੱਲਾਂ ਬਾਤਾਂ ਦੇ ਜਵਾਬ ਉਹ ਦੇਣਗੇ। ਗੱਲ ਹੈਗੀ ਹੈ ਇਸ ਅਕਤੂਬਰ ਮਹੀਨੇ ਦੀ ਤੇ ਜਿਹੜੀ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਈ ਜਾ ਰਹੀ ਹੈ ਸਰਦਾਰ ਹਰਜਾਪ ਸਿੰਘ ਵੱਲੋਂ, ਤੁਸੀਂ ਉਹਦੇ ਬਾਰੇ ਉਹਨੂੰ ਕਿੰਜ ਦੇਖਦੇ ਹੋ? ਤੁਹਾਨੂੰ ਕਿ ਇੱਕ ਜ਼ਿੰਮੇਵਾਰ ਅਹੁਦੇ ਤੇ ਬੰਦਾ ਬੈਠ ਕੇ ਤੇ ਵੀਡੀਓ ਇਦਾਂ WhatsApp ਤੇ ਬਣਾ ਕੇ ਹੱਥ 'ਚ ਚਾਹ ਦਾ ਕੱਪ ਫੜ ਕੇ ਘੁਮਾ ਕੇ ਤੇ ਲੋਕ ਜਿਹੜੇ ਸੇਵਾ ਕਰ ਰਹੇ ਨੇ ਵਿਚਰ ਰਹੇ ਨੇ ਗੁਰਸਿੱਖ ਤੇ ਉਹਨਾਂ ਨੂੰ ਪਰਸਨਲ ਟਾਰਗੇਟ ਜਾਂ ਉਹਨਾਂ ਦੀ ਕੋਈ ਜੈਲਸੀ ਹੋ ਸਕਦੀ ਜਾਂ ਕੋਈ ਨਿੱਜੀ ਜਿਹੜੀ ਰੰਜਿਸ਼ ਉਹਨਾਂ ਦੀ ਮੇਰੇ ਖਿਆਲ ਦੇਖਣ ਅਨੁਸਾਰ ਤਕਰੀਬਨ ਕੁਝ ਇੱਕ ਬੰਦਿਆਂ ਨਾਲ ਨਿੱਜੀ ਰਾਜਿਸ਼ ਹੋਆ, ਕਿਉਂਕਿ ਉਹ ਸਦਾ ਤੋਂ ਹੀ ਉਹਦਾ ਇਹ ਪਾਲਿਸੀ ਰਹੀ ਹੈ 1995 ਤੋਂ ਲੈ ਕੇ ਵੀ ਸਾਨੂੰ ਬੰਦਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਹਦੀ ਰਹੀ ਹੈ। ਜਿਹੜਾ ਗੁਰਦੁਆਰਾ ਨਾਨਕਸਰ ਹੈ ਇਹਦਾ ਸਟਰਕਚਰ ਜਿਹੜਾ ਕਿ ਟਰਸਟੀ ਜਿਹੜੇ ਨੇ ਉਹ ਕਿਵੇਂ ਉਹਨਾਂ ਨੇ ਆਪਣੀ ਮਿਸਯੂਜ਼ ਜਿਹੜੀ ਪਾਵਰ ਜਿਹੜੀ ਮਿਸਯੂਜ਼ ਕੀਤੀ। ਨਹੀਂ ਤਾਂ ਕਹਿੰਦਾ ਰਿਜ਼ਾਈਨ ਦੇ ਦਿਓ, ਨਹੀਂ ਤਾਂ ਫਿਰ ਮੈਂ ਤੁਹਾਨੂੰ ਉੱਦਾਂ ਦਿੱਲੀ ਕਰਕੇ ਕੱਢੂੰਗਾ। ਤਾਂ ਰਿਜ਼ਾਈਨ ਦੇਣ ਤੋਂ ਬਾਅਦ ਇਹਨੇ ਆਪਣੇ ਪੰਜੇ ਟਰਸਟੀ ਬਣਾਏ, ਫਿਰ ਜਿੱਦਾਂ ਵੀ ਇਹਨੇ ਉਹਨਾਂ ਨੂੰ ਵਰਤਣ ਦੀ ਕੋਸ਼ਿਸ਼ ਵਰਤਣਾ ਚਾਹਿਆ ਉੱਦਾਂ ਵਰਤਿਆ। ਸ਼ਹੀਦਾਂ ਦੇ ਪ੍ਰੋਗਰਾਮ ਜਿਹੜੇ ਆ ਇਸ ਗਰੁੱਪ ਨੇ ਸ਼ਹੀਦਾਂ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ। ਪਹਿਲਾਂ ਤਾਂ ਜਾਣਨਾ ਚਾਹਾਂਗਾ ਤੁਸੀਂ ਕੰਮ ਕਿਹੜੇ ਕੀਤੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ? 15-20 ਸਾਲ ਰੂਪ ਚੋਂਦੀ ਰਹੀ ਇਹਨਾਂ ਕੋ ਮੈਨੂੰ ਪਤਾ ਵੀ ਬਾਲਟੀਆਂ ਰੱਖਦੇ ਸਨ। ਇੱਕ ਕਾਰ ਪਾਰਕ ਦਾ ਰੌਲਾ ਚੱਲ ਰਿਹਾ ਜਿਹੜੀ ਕਿ ਪਿਛਲੇ ਦਿਨਾਂ ਜੋ ਵੀਡੀਓ 'ਚ ਕਿਹਾ ਗਿਆ ਕਿ ਕਾਰ ਪਾਰਕ ਦਾ ਲੋਨ ਤੁਸੀਂ ਮਹਿੰਗਾ ਲਿਆ। 1995 ਤੋਂ ਲੈ ਕੇ 2014 ਤੱਕ ਇੱਕ ਸਿਰਫ ਰੂਪ ਚੇਂਜ ਹੋਇਆ। ਘਰ ਲਏ ਹੋਣਗੇ ਉਹ ਸੰਗਤਾਂ ਦਾ ਪੈਸਾ, ਭਾਈ ਸਾਹਿਬ ਦੇ 40-50 ਘਰ ਹੋ ਸਕਦਾ ਉੱਥੇ ਹੋਣਗੇ, ਪਰ ਸਭ ਤੋਂ ਜਿਹੜਾ ਨਕੰਮਾ ਘਰ ਆ ਉਹ ਇਹਨੇ ਗੁਰੂ ਘਰ ਨੂੰ ਲੈ ਕੇ ਦਿੱਤਾ। ਇਹਦਾ ਗਵਾਹ ਮੈਂ, ਕਿਉਂਕਿ ਮੈਂ ਇਹਨਾਂ ਤੋਂ ਪਹਿਲਾਂ ਮੈਂ ਦੇਖਿਆ ਸੀ। ਉਹ ਭਾਈ ਹਰਜਾਪ ਸਿੰਘ ਦੇ ਕਹਿਣ ਤੇ ਇਹਦੇ ਜਿੰਨੇ ਮੈਂ ਇਹਦੇ ਬੋਲਚਾਲ ਵਾਲੇ ਬੰਦੇ ਸੀ ਕਿਸੇ ਨੇ ਇੱਕ ਦਵਾਨੀ ਨਹੀਂ ਦਿੱਤੀ। ਹਾਲਾਂਕਿ ਤਲੋਕ ਸਿੰਘ ਗਿੱਲ ਐਵਰੀ ਸੰਡੇ ਅਨਾਉਂਸ ਕਰਦਾ ਹੁੰਦਾ ਸੀ। ਬਲਵਿੰਦਰ ਸਿੰਘ ਚਾਹਲ ਦੀ ਇਹ ਆਦਤ ਉਹ ਕਦੇ ਵੀ ਗੁਰਦੁਆਰੇ ਸੰਡੇ ਦੀਵਾਨ ਵਿੱਚ ਵੀ ਕਦੇ ਉਹ 1:30-2 ਵਜੇ ਤੋਂ ਪਹਿਲਾਂ ਕਦੇ ਨਹੀਂ ਵੜਿਆ ਤੇ ਨਾ ਹੀ ਹੁਣ ਕਦੇ ਕੋਈ ਸੇਵਾ ਹਾਲ ਤੱਕ ਮੈਂ ਉਹਨੂੰ ਕਦੇ ਸੇਵਾ ਵੀ ਨਹੀਂ ਕਰਦਾ ਨਹੀਂ ਦੇਖਿਆ। ਇਹਨਾਂ ਨੇ ਇੱਕ ਇਲਜ਼ਾਮ ਲਾਏ ਨੇ ਕਿ ਸੰਗਤਾਂ ਦੇ ਫੰਡ ਮਿਸਯੂਜ਼ ਕੀਤੇ ਗਏ ਨੇ। ਹਰਜਾਪ ਸਿੰਘ ਨੇ ਬਿਆਨ ਦਿੱਤਾ ਹੈ ਵੀ ਸਾਡਾ 80,000 ਪਾਉਂਡ ਕੌਂਸਲ ਨੇ ਬੇਸ ਕਰਵਾਇਆ। ਇਹ ਬੰਦਾ ਬਿਲਕੁਲ ਗੱਲ ਕਰਨ ਨੂੰ ਤਿਆਰ ਨਹੀਂ ਸੀ, ਕਿਉਂਕਿ ਜਾਂ ਤਾਂ ਇਹ ਕੋਈ ਲੁਕਾਉਂਦਾ ਸੀ ਜਾਂ ਇਹ ਕਰਨੀ ਨਹੀਂ ਚਾਹੁੰਦਾ। ਇਹ ਉਹਨੂੰ ਜੇ ਦੱਸ ਸਕਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਜਗਜੀਤ ਸਿੰਘ ਜੀਤਾ। ਨਾਨਕਸਰ ਸਾਊਥਹੈਂਪਟਨ ਗੁਰਦੁਆਰਾ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ। ਕਰਨੀ ਕਿਉਂ ਪੈ ਰਹੀ ਹੈ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਵਾਂ। ਮੇਰੇ ਨਾਲ ਸਰਦਾਰ ਅਮਰੀਕ ਸਿੰਘ ਸੰਧੂ ਵੀ ਨੇ। ਅੱਜ ਗੱਲਾਂ ਬਾਤਾਂ ਦੇ ਜਵਾਬ ਉਹ ਦੇਣਗੇ। ਗੱਲ ਹੈਗੀ ਹੈ ਇਸ ਅਕਤੂਬਰ ਮਹੀਨੇ ਦੀ ਤਰੀਕ ਹੈਗੀ ਅੱਜ 16। ਕੁਛ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਘੁੰਮ ਰਹੀ ਹੈ ਜਿਹੜੀ ਹਰਜਾਪ ਸਿੰਘ ਵੱਲੋਂ ਬਣਾਈ ਗਈ ਹੈ ਤੇ ਆਪਾਂ ਗੁਰਦੁਆਰਾ ਨਾਨਕਸਰ ਦੀ ਬੈਕਗਰਾਉਂਡ ਜੋ ਪਿਛਲੇ ਤਕਰੀਬਨ 25 ਦੇ ਵਿੱਚ ਹੋਇਆ ਉਹਦੇ ਤੇ ਅੱਜ ਆਪਾਂ ਜਿਹੜੀ ਕਿ ਗੱਲਬਾਤ ਕਰਾਂਗੇ ਕਿ ਹਰਜਾਪ ਸਿੰਘ ਨੇ ਜਿਨ੍ਹਾਂ ਬੰਦਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦੇ ਵਿੱਚੋਂ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਨਾਲ ਨੇ ਭਾਈ ਅਮਰੀਕ ਸਿੰਘ ਸੰਧੂ। ਪਹਿਲਾਂ ਉਹਨਾਂ ਨਾਲ ਫਤਿਹ ਸਾਂਝੀ ਕਰਦੇ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਜਿਹੜੀ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਇੱਕ ਪਾਈ ਜਾ ਰਹੀ ਹੈ ਸਰਦਾਰ ਹਰਜਾਪ ਸਿੰਘ ਵੱਲੋਂ, ਤੁਸੀਂ ਉਹਦੇ ਬਾਰੇ ਉਹਨੂੰ ਕਿੰਜ ਦੇਖਦੇ ਹੋ? ਤੁਹਾਨੂੰ ਕਿ ਇੱਕ ਜ਼ਿੰਮੇਵਾਰ ਅਹੁਦੇ ਤੇ ਬੰਦਾ ਬੈਠ ਕੇ ਤੇ ਵੀਡੀਓ ਇਦਾਂ WhatsApp ਤੇ ਬਣਾ ਕੇ ਹੱਥ 'ਚ ਚਾਹ ਦਾ ਕੱਪ ਫੜ ਕੇ ਜਿਹੜੇ ਸੇਵਾ ਕਰ ਰਹੇ ਨੇ ਵਿਚਰ ਰਹੇ ਨੇ ਗੁਰਸਿੱਖ ਤੇ ਉਹਨਾਂ ਨੂੰ ਪਰਸਨਲ ਟਾਰਗੇਟਾਂ ਕੋਈ ਨਿੱਜੀ ਜਿਹੜੀ ਰੰਜਿਸ਼ ਹੈ ਉਹਨਾਂ ਦੀ ਮੇਰੇ ਖਿਆਲ ਦੇਖਣ ਅਨੁਸਾਰ ਤਕਰੀਬਨ ਕੁਝ ਇੱਕ ਬੰਦਿਆਂ ਨਾਲ ਨਿੱਜੀ ਰਾਜਿਸ਼ ਹੋਆ, ਕਿਉਂਕਿ ਉਹ ਸਦਾ ਤੋਂ ਹੀ ਉਹਦਾ ਇਹ ਪਾਲਿਸੀ ਰਹੀ ਹੈ 1995 ਤੋਂ ਲੈ ਕੇ ਵੀ ਸਾਨੂੰ ਬੰਦਿਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਹਦੀ ਰਹੀ ਹੈ। ਆਪ ਚੰਗਾ ਬਣਨਾ, ਸਾਨੂੰ ਬਦਨਾਮ ਕਰਨਾ। ਉਹੀ ਹੁਣ ਉਹਨੇ ਜਿਹੜੀ ਗੱਲ ਹੁਣ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਗੱਲ ਮੈਂ ਤੁਹਾਡੇ ਕੋਲ ਸਵਾਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਮਰੀਕ ਸਿੰਘ ਸੰਧੂ ਬਾਰੇ ਮੈਂ ਥੋੜਾ ਦੱਸ ਦਵਾਂ। ਜੇ ਆਪਾਂ ਜੂਨ 1984 ਦੇ ਘੱਲੂ ਘਾਰੇ ਦੀ ਗੱਲ ਕਰੀਏ, ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਉਹਦੇ ਤੋਂ ਲਗਾਤਾਰ ਆਮ ਮੋਰਚਿਆਂ ਦੇ ਵਿੱਚ ਜਿੱਥੇ ਵੀ ਜ਼ਰੂਰਤ ਪਵੇ ਇਹ ਪਹੁੰਚਦੇ ਨੇ। ਸੰਧੂ ਸਾਹਿਬ ਮੈਂ ਤੁਹਾਡੇ ਕੋਲ ਗੱਲ ਪੁੱਛਣੀ ਚਾਹੁੰਦਾ ਹੈ ਬਈ 1995 ਤੋਂ ਇਹ ਹਰਜਾਪ ਸਿੰਘ ਹੁਣੀ ਗੁਰਦੁਆਰਾ ਸਾਹਿਬ 'ਚ ਆਉਂਦੇ ਨੇ, ਉਹ ਤੋਂ ਪਹਿਲਾਂ ਤੁਸੀਂ ਸੇਵਾ ਕਰਦੇ ਸੀ। 1995 ਤੋਂ ਲੈ ਕੇ ਕਿਹੜੇ ਸਾਲ 'ਚ ਤੁਹਾਨੂੰ ਮੁੜ ਕੇ ਸੇਵਾ ਮਿਲੀ? ਇੱਥੋਂ ਤੱਕ ਮੈਨੂੰ ਪਤਾ ਸਰਦਾਰ ਅਸੀਂ ਪਹਿਲਾਂ ਸਾਂਝੀ ਕਮੇਟੀ ਬਣੀ ਸੀ,
ਉਹ ਵੀ ਸਾਡੇ ਇਹਨੇ ਸਾਨੂੰ 12 ਮੈਂਬਰਾਂ ਨੂੰ ਦੀ ਮੈਂਬਰਸ਼ਿਪ ਹੀ ਖਾਰਜ ਕਰਾਤੀ ਸੀ ਆਪਣੇ ਟਰਸਟੀਆਂ ਤੋਂ ਕਹਾ ਕਿ ਵੀ ਅਸੀਂ ਗਿਲਟੀ ਹਾਂ, ਕੋਈ ਹਾਲਾਂਕਿ ਸਾਡਾ ਉਹਦੇ ਵਿੱਚ ਕਸੂਰ ਕੋਈ ਨਹੀਂ ਸੀ। ਫਿਰ ਵੀ ਸਾਨੂੰ ਮੁੜ ਕੇ ਮੈਂਬਰਸ਼ਿਪ ਚੈਰਿਟੀ ਕਮਿਸ਼ਨ ਨੇ ਜਦੋਂ ਉਹਨਾਂ ਟਰਸਟੀਆਂ ਨੂੰ ਦੱਸਿਆ ਵੀ ਤੁਸੀਂ ਨਹੀਂ ਕਰ ਸਕਦੇ, ਫਿਰ ਸਾਡੀ ਮੈਂਬਰਸ਼ਿਪ ਬਹਾਲ ਕੀਤੀ। ਅਤੇ ਉਹ ਕਮੇਟੀ ਵੀ ਉਹਦੇ ਵਿੱਚ ਸਾਡੀ ਕੋਈ ਇਨਪੁਟ ਨਹੀਂ ਸੀ ਇਹ ਹੋਣ ਦਿੰਦਾ, ਆਪਣੀ ਮਨਮਰਜ਼ੀ ਕਰਦਾ ਸੀ। ਉਸ ਤੋਂ ਬਾਅਦ ਤਰਲੋਕ ਸਿੰਘ ਗਿੱਲ ਹੋਣੀ, ਜਸਵੀਰ ਸਿੰਘ ਮੰਡੇਰ ਹੋਣੀ ਉਹ ਆਏ ਆ, ਜਿਹੜੀ ਕਿ ਜਿਹਦੇ 'ਚ ਅਮਰੀ ਆਪਣੇ ਤਰਲੋਕ ਸਿੰਘ ਗਿੱਲ ਅਤੇ ਜਿਹੜੇ ਕਿ ਅਸਿਸਟੈਂਟ ਸੈਕਟਰੀ ਮੇਰੇ ਹਿਸਾਬ ਨਾਲ ਸਰਦਾਰ ਜਸਵੀਰ ਸਿੰਘ ਮੰਡੇਰ ਬਣਦੇ ਨੇ, ਜਿਹਦੇ ਵਿੱਚ ਜਿਹੜੀ ਕਿ 2012 ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ 2012 ਤੋਂ 14 ਤੱਕ ਉਹਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੀ ਸਾਂਝੀ ਕਮੇਟੀ ਬਣਾਈ ਗਈ ਸੀ, ਜਿਹਦੇ ਵਿੱਚ ਤੁਹਾਨੂੰ ਇਹਨਾਂ ਨੇ 12 ਤੋਂ 13 ਮੈਂਬਰਾਂ ਨੂੰ ਖਾਰਜ ਕਰ ਦਿੱਤਾ। ਮੈਂ ਇੱਕ ਤੁਹਾਡੇ ਕੋਲ ਗੱਲ ਥੋੜ੍ਹਾ ਜਿਹਾ ਇਹ ਤੋਂ ਹਟ ਕੇ ਪੁੱਛਣਾ ਚਾਹੁੰਦਾ, ਜਿਹੜਾ ਗੁਰਦੁਆਰਾ ਨਾਨਕਸਰ ਹੈ ਇਹਦਾ ਸਟਰਕਚਰ ਜਿਹੜਾ ਕਿ ਟਰਸਟੀ ਜਿਹੜੇ ਨੇ ਉਹ ਕਿਵੇਂ ਉਹਨਾਂ ਨੇ ਆ ਪਾਵਰ ਜਿਹੜੀ ਮਿਸਯੂਜ਼ ਕੀਤੀ ਹੈ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਉਹਦੇ ਬਾਰੇ। ਜਿਹੜਾ ਗੁਰਦੁਆਰਾ ਨਾਨਕਸਰ ਦੇ ਟਰਸਟੀ ਆ ਉਹ ਪਹਿਲਾਂ ਜਿਹੜਾ ਵਿਧਾਨ ਬਣਾਇਆ ਗਿਆ ਸੀ ਉਹਦੇ ਅਨੁਸਾਰ ਨਾਲ ਸੀਗਾ ਵੀ ਉਹ ਲਾਈਫ ਰਹਿਣਗੇ, ਪਰ ਉਸ ਤੋਂ ਬਾਅਦ ਫਿਰ ਰੈਜ਼ੋਲੂਸ਼ਨ ਪਾਸ ਕਰਕੇ ਕੀਤਾ ਗਿਆ ਜਨਰਲ ਮੀਟਿੰਗ ਵਿੱਚ ਵੀ ਉਹ 5 ਸਾਲ ਬਾਅਦ ਚੇਂਜ ਕੀਤੇ ਜਾਇਆ ਕਰਨਗੇ। ਇਸ ਤੋਂ ਪਹਿਲਾਂ 2004 ਵਿੱਚ ਜਿਹੜੇ ਟਰਸਟੀ ਸੀ ਉਹ ਤਕਰੀਬਨ ਸਾਂਝੇ ਸੀਗੇ ਦੋਨਾਂ ਸਾਈਡਾਂ ਤੋਂ, ਉਹ ਸਾਂਝੀ ਜੀ ਗੱਲ ਕਰਦੇ ਸੀ ਤਾਂ ਹਰਜਾਬ ਸਿੰਘ ਉਹਨੂੰ ਉਹ ਪਸੰਦ ਨਹੀਂ ਸੀ। ਇਹਨੇ ਉਹਨਾਂ ਤੋਂ ਰਿਜ਼ਾਈਨ ਦਵਾਇਆ, ਨਹੀਂ ਤਾਂ ਕਹਿੰਦਾ ਰਿਜ਼ਾਈਨ ਦੇ ਦਿਓ, ਨਹੀਂ ਤਾਂ ਫਿਰ ਮੈਂ ਤੁਹਾਨੂੰ ਉੱਦਾਂ ਜਲੀਲ ਕਰਕੇ ਕੱਢੂੰਗਾ। ਦੇਣ ਤੋਂ ਬਾਅਦ ਇਹਨੇ ਆਪਣੇ 5 ਟਰਸਟੀ ਬਣਾਏ, ਫਿਰ ਜਿੱਦਾਂ ਵੀ ਇਹਨੇ ਉਹਨਾਂ ਨੂੰ ਵਰਤਣਾ ਚਾਹਿਆ ਉੱਦਾਂ ਵਰਤਿਆ। ਕੱਲ ਗੁਰਦੁਆਰਾ ਨਾਨਕਸਰ ਜਿਹੜਾ ਕਿ ਸਾਊਥਹੈਂਪਟਨ ਦੀ ਮੈਂ ਗੱਲ ਕਰਾਂ, ਜੇ ਅਸੀਂ ਦੇਖੀਏ ਵੀ 1984 'ਚ ਉਹ ਸਾਡੇ ਨਾਲ ਹੋਇਆ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਸ਼ਹੀਦਾਂ ਦੇ ਪ੍ਰੋਗਰਾਮ ਜਿਹੜੇ ਆ ਇਸ ਗਰੁੱਪ ਨੇ ਸ਼ਹੀਦਾਂ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ। ਇਸ ਗਰੁੱਪ ਨੇ ਜਿਹੜੀਆਂ ਕੋਚਾਂ ਜਾਂ ਬੱਸਾਂ ਜਾਂਦੀਆਂ ਨੇ ਲੰਡਨ ਜਦੋਂ ਘੱਲੂਘਾਰਾ ਹੁੰਦਾ ਉਹਦੇ ਲਈ ਕਦੇ ਮਾਇਆ ਨਹੀਂ ਦਿੱਤੀ। ਇਹ ਜਿਹੜਾ ਤਕਰੀਬਨ ਸੰਧੂ ਸਾਹਿਬ ਇਹਦੇ ਬਾਰੇ ਦੱਸ ਸਕਦੇ ਨੇ ਤੁਸੀਂ, ਤਕਰੀਬਨ ਉਹ ਸਮਾਂ ਜਿਹੜਾ ਦਰਬਾਰ ਸਾਹਿਬ ਦੇ ਹਮਲੇ ਦਾ, ਕਿਉਂਕਿ ਮੌਜੂਦਾ ਗੱਲ 'ਤੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਗੁਰਦੁਆਰਿਆਂ ਦੀਆਂ ਕਮੇਟੀਆਂ ਦਾ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਕਿ ਗੁਰੂ ਦੀ ਜਿਹੜੀ ਗੋਲਕ ਹੈ ਲੋੜਵੰਦਾਂ ਵਾਸਤੇ ਜਿੱਥੇ ਜ਼ਰੂਰਤ ਪਵੇ, ਤੇ ਜਿਹੜੀ ਦਰਬਾਰ ਸਾਹਿਬ ਦੇ ਹਮਲੇ ਜਾਂ ਦਿੱਲੀ 'ਤੇ ਸਾਡੇ ਨਾਲ ਤਸ਼ੱਦਦ ਜੋ ਹੋਇਆ, ਜਿਹੜਾ ਤੁਸੀਂ ਹਾਂ ਦਾ ਨਾਰਾ ਮਾਰਨ ਜਾਂਦੇ, ਕਦੇ ਇਸ ਕਮੇਟੀ ਨੇ ਜਿੰਨਾ ਚਿਰ 1995 ਤੋਂ ਲੈ ਕੇ 2014 ਜਾਂ ਹੁਣ ਤੱਕ ਨੇ ਕਦੇ ਇਹਨਾਂ ਨੇ ਬੱਸ ਜਾਂ ਕੋਚ ਜਾਂ ਕੋਈ ਵੈਨ ਤੁਹਾਨੂੰ ਹਾਇਰ ਕਰਕੇ ਦਿੱਤੀ? ਇਹਨਾਂ ਨੇ ਨੋਰਮਲੀ ਕਦੇ ਨਹੀਂ ਕੀਤੀ, ਪਰ ਇੱਕ ਸਾਲ ਇਹਨਾਂ ਨੂੰ ਉਦੋਂ ਸਾਡੇ ਨਾਲ ਥੋੜ੍ਹਾ ਜਿਹਾ ਸਹਿਮਤ ਸੀਗਾ, ਉਦੋਂ ਇਹਨਾਂ ਨੂੰ ਕਿਹਾ ਵੀ ਕੋਚਾਂ 3 ਜਾ ਰਹੀਆਂ, ਕਮ ਸੇ ਕਮ ਗੁਰਦੁਆਰੇ ਵੱਲੋਂ ਤੁਸੀਂ ਇੱਕ ਕੋਚ ਤਾਂ ਕਰੋ। ਫਿਰ ਇੱਕ ਕੋਚ ਇਹਨਾਂ ਨੇ ਕੀਤੀ ਸੀ, ਕੋਚਾਂ ਦਾ ਖਰਚਾ ਆਪਣੇ ਕੋਲੋਂ ਕਰਦੇ ਨੇ, ਸਿਰਫ 1 ਸਾਲ, ਉਹ ਵੀ ਗੁਰਦੁਆਰੇ ਵੱਲੋਂ ਸਿਰਫ 1 ਵਾਰੀ ਇਹਨਾਂ ਨੇ ਇੱਕ ਕੋਚ ਕੀਤੀ ਸੀ। ਮੈਂ ਤਾਂ ਸਾਧ ਸੰਗਤ ਜੀ ਦੱਸਣਾ ਚਾਹੁੰਦਾ ਹਾਂ ਕਿ ਕਈ ਵਾਰ ਹੁਕਮਰਾਨ ਜਿਹੜੇ ਹੁੰਦੇ ਨੇ ਉਹ ਆਪਣੀ ਪਾਵਰ ਨੂੰ ਮਿਸਯੂਜ਼ ਕਰਦੇ ਨੇ। ਇਹ ਇੱਕ ਵੀਡੀਓ ਜਿਹੜੀ ਪਿਛਲੇ ਦਿਨਾਂ 'ਚ ਘੁਮਾਈ ਗਈ ਹੈ ਬਣਾ ਕੇ, ਉਹ ਬੜੀ ਇੱਕ ਸ਼ਰਮਨਾਕ ਹੈ। ਗੁਰਸਿੱਖ ਜਿਹੜਾ ਉਹ ਦੂਜੇ ਦੀ ਬੇਇੱਜ਼ਤੀ ਨਹੀਂ ਕਰਦਾ। ਉਸ ਵੀਡੀਓ ਦਾ ਜਵਾਬ ਦੇਣ ਨੂੰ ਸਰਦਾਰ ਅਮਰੀਕ ਸਿੰਘ ਸੰਧੂ ਹੁਣਾਂ ਨੇ ਜਿਹੜੀ ਕਿ ਸਾਡੀ ਡਿਊਟੀ ਲਾਈ ਹੈ। ਹੁਣ ਅਸੀਂ ਗੱਲ ਕਰਦੇ ਕਿ 2014 ਨਵੰਬਰ ਦੇ ਵਿੱਚ ਜਿਹੜੀ ਕਮੇਟੀ ਬਦਲਦੀ ਹੈ, ਜਿਹਦੇ ਵਿੱਚ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਹਰਜਾਪ ਸਿੰਘ ਦਾ ਕਾਰਜਕਾਲ ਸੀ ਜਿਹੜਾ ਉਹਦੇ ਹੱਥੋਂ ਜਿਹੜੀ ਹੈ ਪਾਵਰ ਹੈ, ਜਿਹੜੀ ਉਹ ਡਿਕਟੇਟਰਸ਼ਿਪ ਆ ਉਹ ਖੁੱਸਦੀ ਹੈ। 2014 ਨਵੰਬਰ ਤੋਂ ਜੂਨ 2018 ਤੱਕ ਤੁਸੀਂ ਤਕਰੀਬਨ ਜਿਹੜੀ ਦੂਜੀ ਕਮੇਟੀ ਹੈ ਜਿਹਦੇ ਵਿੱਚ ਤਰਲੋਕ ਸਿੰਘ ਗਿੱਲ ਹੁਣੀ ਪ੍ਰਧਾਨ ਆਉਂਦੇ ਨੇ, ਮੈਂ ਤੁਹਾਡੇ ਕੋਲ ਪਹਿਲਾਂ ਤਾਂ ਜਾਣਨਾ ਚਾਹਾਂਗਾ ਤੁਸੀਂ ਕੰਮ ਕਿਹੜੇ ਕੀਤੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ। ਮੈਨੂੰ ਇਹ ਪਤਾ ਸੀਗਾ ਵੀ 15-20 ਸਾਲ ਰੂਪ ਚੋਂਦੀ ਰਹੀ, ਇਹਨਾਂ ਕੁ ਮੈਨੂੰ ਪਤਾ ਵੀ ਬਾਲਟੀਆਂ ਰੱਖਦੇ ਸਨ। ਮੈਂ ਇੱਕ ਕੰਮ ਗਿਣਾਉਣ ਦੀ ਗੱਲ ਕਰਾਂ ਤਾਂ ਤੁਸੀਂ ਸਾਰੇ ਕੰਮ ਜਿਹੜੇ ਤੁਹਾਡੇ ਕਾਰਜਕਾਲ ਦੇ ਵਿੱਚ 4 ਸਾਲਾਂ ਦੇ ਵਿੱਚ ਗੁਰਦੁਆਰਾ ਦੇ ਸੇਵਾਦਾਰਾਂ ਦੀ ਜੋ ਡਿਊਟੀ ਬਣਦੀ ਹੈ ਮੁੱਖ ਵਜ਼ੀਰਾਂ ਦੀ, ਉਹ ਕਿਹੜੀ ਸੇਵਾ ਤੁਸੀਂ ਨਿਭਾਈ? 1995 ਤੋਂ ਜਦੋਂ ਉਦੋਂ ਬਾਅਦ SRB ਦੀਆਂ ਗ੍ਰਾਂਟਾਂ ਮਿਲਦੀਆਂ ਸੀਗੀਆਂ ਸ਼ਹਿਰਾਂ 'ਚ, ਨਾਨਕਸਰ ਗੁਰਦੁਆਰਾ ਨੂੰ ਵੀ SBR ਦੀ 1,80,000 ਦੀ ਗ੍ਰਾਂਟ ਮਿਲੀ, ਜਿਹਦੀ ਕੰਡੀਸ਼ਨ ਇਹ ਸੀ ਵੀ ਅਪ੍ਰੈਲ ਵਿੱਚ ਕੰਮ ਸ਼ੁਰੂ ਕਰਨਾ ਅਤੇ ਮੋਰ ਉਦੋਂ ਫੋਲੋਇੰਗ ਈਅਰ ਮਾਰਚ ਦੇ ਐਂਡ 'ਤੇ ਕੰਮ ਮੁੱਕਣਾ ਚਾਹੀਦਾ। ਅਗਸਤ ਆ ਗਈ ਸੀ, ਪਰ ਇਹ ਹਰਜਾਬ ਸਿੰਘ ਉਦੋਂ ਇੰਚਾਰਜ ਸੀਗਾ, ਇਹਨੇ ਕੋਈ ਕੰਮ ਨਹੀਂ ਸ਼ੁਰੂ। ਦਾਸ ਨੇ ਤਾਂ ਅਮਰੀਕ ਸਿੰਘ ਗਿੱਲ ਨੇ, ਸੁੱਚਾ ਸਿੰਘ ਸ਼ੰਕਰ ਜੋ ਕੋਈ ਬਿਲਡਰ ਸੀ, ਉਹਨਾਂ ਸਲਾਹ ਕੀਤੀ ਵੀ ਲੱਗਦਾ ਨਹੀਂ ਵੀ ਇਹ ਕੰਮ ਕਰ ਰਿਹਾ, 1,80,000 ਪਾਉਂਡ ਗੁਰਦੁਆਰੇ ਦੀ ਗ੍ਰਾਂਟ ਉਹ ਜਿਹੜੀ ਉੱਦਾਂ ਹੀ ਚੱਲ ਜਾਣੀ ਵੀ ਜੇ ਉਹਨਾਂ ਗੱਲ ਕਰੀਏ। ਫਿਰ ਅਸੀਂ 3 ਜਣਿਆਂ ਨੇ ਜਾ ਕੇ ਗੱਲ ਕੀਤੀ, ਦਾਸ ਸੀ, ਅਮਰੀਕ ਸਿੰਘ ਗਿੱਲ, ਸੁੱਚਾ ਸਿੰਘ ਸ਼ੰਕਰ, ਹਰਜਾਬ ਸਿੰਘ, ਉਹਦਾ ਰਿਸ਼ਤੇਦਾਰ ਗੁਰਦਿਆਲ ਸਿੰਘ ਬੈਂਸ ਅਤੇ ਪੈਰਾ ਸਿੰਘ ਪਟਵਾਰੀ ਉਸ ਵੇਲੇ ਪ੍ਰਧਾਨ ਸੀ, ਹੁਣ ਉਹ ਗੁਜ਼ਰ ਚੁੱਕੇ। ਇਹਨਾਂ ਨਾਲ ਗੱਲ ਕੀਤੀ, ਇਹਨਾਂ ਸਾਨੂੰ ਜਵਾਬ ਇਹ ਦਿੱਤਾ ਕਿ ਮੇਰਾ ਕੋਈ ਸਹਿਯੋਗ ਨਹੀਂ ਦਿੰਦਾ, ਕੁਡ ਕੇ ਲੈਸ 1,80,000 ਜਾਂਦਾ ਜਾਵੇ।
ਫਿਰ ਅਸੀਂ ਇਹਨੂੰ ਇਹ ਕਿਹਾ ਵੀ ਜੇ ਅਸੀਂ ਸ਼ੰਕਰ ਨੂੰ ਕਹਿ ਕੇ ਕਰਵਾ ਦਈਏ ਕੰਮ, ਤੈਨੂੰ ਕੋਈ ਇਤਰਾਜ਼ ਤਾਂ ਨਹੀਂ? ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ। ਸ਼ੰਕਰ ਦੇ ਨਾਲ ਲੱਗ ਕੇ 10 ਨੇ 5 ਮਹੀਨੇ ਕੰਮ ਕਰਾਇਆ। ਤਾਂ ਵੀ 2014 ਚ ਕਮੇਟੀ ਆਉਣ ਤੋਂ ਪਹਿਲਾ ਪ੍ਰੋਜੈਕਟ ਸੀਗਾ ਜਿਹੜਾ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਨਵੀਂ ਉਸਾਰੀ ਕੀਤੀ ਗਈ, ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗਵਰਨਮੈਂਟ ਜਦੋਂ ਜਿਹੜੀਆਂ ਕਿ ਕੌਂਸਲਾਂ ਗ੍ਰਾਂਟ ਦਿੰਦੀਆਂ ਨੇ ਤੇ ਉਹਦੇ ਵਿੱਚ ਟਾਈਮ ਲਿਮਿਟ ਹੁੰਦਾ ਹੈ, ਤੇ ਉਸ ਡਿਊਟੀ ਨੂੰ ਇਹਨਾਂ ਨੇ ਬਾਖੂਬੀ ਦੇ ਨਾਲ ਨਿਭਾਇਆ। ਸ਼ੰਕਰ ਬਿਲਡਰ ਸਰਦਾਰ ਸੁੱਚਾ ਸਿੰਘ, ਜੇ ਗੱਲ ਕਰੀਏ ਸਭ ਤੋਂ ਪੁਰਾਣੇ ਸਾਊਥਹੈਂਪਟਨ ਦੇ ਵਿੱਚ ਉਹ ਇੱਕ ਸਟੈਬਲਿਸ਼ ਬਿਲਡਰ ਨੇ ਜਿਨ੍ਹਾਂ ਨੇ ਇਹਦੇ ਵਿੱਚ ਬੜੀ ਵਧੀਆ ਭੂਮਿਕਾ ਨਿਭਾਈ। ਅੱਜ ਸਰਦਾਰ ਸੁੱਚਾ ਸਿੰਘ ਸ਼ੰਕਰ ਤੋਂ ਕਿਸੇ ਨੇ ਗੱਲ ਪੁੱਛਣੀ ਹੋਵੇ ਤੇ ਪੁੱਛ ਸਕਦੇ ਨੇ। ਇੱਕ ਕਾਰ ਪਾਰਕ ਦਾ ਰੌਲਾ ਚੱਲ ਰਿਹਾ, ਜਿਹੜੀ ਕਿ ਪਿਛਲੇ ਦਿਨਾਂ 'ਚ ਉਸ ਵੀਡੀਓ 'ਚ ਕਿਹਾ ਗਿਆ ਕਿ ਕਾਰ ਪਾਰਕ ਦਾ ਲੋਨ ਤੁਸੀਂ ਮਹਿੰਗਾ ਲਿਆ, ਤੇ ਉਹ ਮੈਂ ਜਾਣਨਾ ਚਾਹੁੰਦਾ ਬਈ ਇੱਕ ਗੱਲ ਸਾਊਥਹੈਂਪਟਨ ਦੇ ਵਿੱਚ ਜਦੋਂ ਬਾਹਰੋਂ ਸੰਗਤਾਂ ਆਉਂਦੀਆਂ, ਇਹ ਮੈਨੂੰ ਪਤਾ ਵੀ ਗੱਡੀਆਂ ਦੀ ਬੜੀ ਪ੍ਰੋਬਲਮ ਹੈ, ਟਿਕਟਾਂ ਲੱਗਦੀਆਂ ਸਨ ਜਿਹੜਾ ਵੀ ਬੰਦਾ ਆਉਂਦਾ। ਤੇ ਦੂਜੀ ਗੱਲ ਮੈਂ ਕਹਾਂਗਾ, ਇੱਕ ਜੋੜਾ ਘਰ ਜਿਹੜਾ ਸਾਡੇ ਸਾਊਥਹੈਂਪਟਨ ਦੇ ਵਿੱਚ ਨਹੀਂ ਸੀ ਗੁਰਦੁਆਰਾ ਨਾਨਕਸਰ ਦੇ ਵਿੱਚ, ਮੈਂ ਇੰਨੀਆਂ ਡਿਊਟੀਆਂ ਇਹ ਸੇਵਾਵਾਂ ਗਣਵਾ ਸਕਦਾ, ਪਰ ਮੈਂ ਜਾਣਨਾ ਚਾਹੁੰਦਾ ਕਿ ਸਰਦਾਰ ਅਮਰੀਕ ਸਿੰਘ, ਕਿਉਂਕਿ ਇਹ ਪ੍ਰਬੰਧ ਦੇ ਵਿੱਚ ਨਾ ਹੁੰਦਿਆਂ ਵੀ ਇਹਨਾਂ ਦੀ ਇੱਕ ਹਿਸਟਰੀ ਆ, ਕਿਸੇ ਨੇ ਵੀ ਕਹਿਣਾ ਤੇ ਗੁਰੂ ਘਰ ਦਾ ਕੰਮ ਆ, ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਾ ਕੀਤਾ। ਜਦੋਂ ਦੇ ਇਸ ਗੁਰਦੁਆਰਾ ਸਾਹਿਬ ਸੇਵਾ ਕਰਦੇ ਨੇ, ਘਰ ਲਏ ਹੋਣਗੇ ਉਹ ਸੰਗਤਾਂ ਦਾ ਪੈਸਾ, ਉਹ ਇੰਨਾ ਕੁ ਤਾਂ ਮੈਂ ਗਵਾਹ ਹੈਗਾ ਵੀ ਇੱਥੇ ਇੱਕ ਘਰ ਹੈ, ਮੈਂ ਉਹਦੀ ਗਰੰਟੀ ਵੀ ਦੇ ਸਕਦਾ। ਅਸੀਂ ਵੀ ਉਹ ਦੇਖਿਆ ਸੀ, ਤੇ ਭਾਈ ਸਾਹਿਬ ਦੇ 40-50 ਘਰ ਹੋ ਸਕਦਾ ਉੱਥੇ ਹੋਣਗੇ, ਪਰ ਸਭ ਤੋਂ ਜਿਹੜਾ ਨਿਕੰਮਾ ਘਰ ਆ ਉਹ ਇਹਨੇ ਗੁਰੂ ਘਰ ਨੂੰ ਲੈ ਕੇ ਦਿੱਤਾ। ਇਹਦਾ ਗਵਾਹ ਮੈਂ, ਕਿਉਂਕਿ ਮੈਂ ਇਹਨਾਂ ਤੋਂ ਪਹਿਲਾਂ ਮੈਂ ਦੇਖਿਆ ਸੀ ਉਹ ਇਹਨਾਂ ਦੇ ਉੱਥੇ ਘਰ ਨੇ। ਚਲੋ ਆਪਾਂ ਇਸ ਪਾਸੇ ਨਾ ਜਾਈਏ, ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਤੁਹਾਡੇ ਕਾਰਜਕਾਲ ਦੇ ਵਿੱਚ ਕਿਹੜੀਆਂ ਜਿਹੜੀਆਂ ਤੁਸੀਂ ਪ੍ਰੋਜੈਕਟ ਕੀਤੇ ਨੇ? ਪਹਿਲਾ ਮੇਨ ਪ੍ਰੋਜੈਕਟ ਦਾ ਸੀਗਾ ਦੂਜੇ ਦਾ ਕਾਰ ਪਾਰਕ ਦਾ। ਗੁਰੂ ਘਰ ਨੂੰ ਕਾਰ ਪਾਰਕ ਦੀ ਬਹੁਤ ਤੰਗੀ ਸੀਗੀ, ਪਰ ਕੁਦਰਤੀ ਉਹ ਸਾਹਮਣੇ ਜਿਹੜੇ ਜਾਰਵਿਸ ਗੈਰੇਜ ਵਾਲੇ ਉਹਨਾਂ ਨੇ ਡਿਸਾਈਡ ਕਰ ਲਿਆ ਉਹਨਾਂ ਨੇ ਜਗ੍ਹਾ ਵੇਚਣੀ ਸੀ। ਉਹਨਾਂ ਨਾਲ ਗੱਲਬਾਤ ਕੀਤੀ ਤੇ ਹੋਰ ਵੀ ਨਾਲ ਬੰਦੇ ਸੀਗੇ, ਉਹ 1 ਮਿਲੀਅਨ ਤੇ ਐਗਰੀ ਕੀਤਾ ਵੀ 1 ਮਿਲੀਅਨ ਦੀ ਮੈਂ ਦੇਣ ਨੂੰ ਤਿਆਰ ਹਾਂ। ਤੇ ਮੀਟਿੰਗ ਉਦੋਂ ਬਾਅਦ ਕੀਤੀ ਹੈ। ਹਰਜਾਬ ਸਿੰਘ ਵਿੱਚ ਸੀਗੇ, ਟਰਸਟੀ ਵੀ 2-3 ਸੀਗੇ, ਹੋਰ ਵੀ ਕੁਝ ਬੰਦੇ ਸੀ। ਤੇ ਲੋਕ ਸਿੰਘ ਗਿੱਲ ਨੇ ਇਹ ਕਿਹਾ ਵੀ ਜੇ ਕੋਈ ਵੀ ਬੰਦਾ ਹੋਰ ਲੋਨ ਅਰੇਂਜ ਕਰ ਸਕਦਾ ਬੜੀ ਖੁਸ਼ੀ ਨਾਲ ਉਹ ਕਰੇ, ਵੀ ਇਹ ਜ਼ਰੂਰੀ ਨਹੀਂ ਵੀ ਅਸੀਂ ਕਰਨਾ, ਵੀ ਹੋਰ ਵੀ ਕੋਈ ਵੀ ਬੰਦਾ ਕਰ ਸਕਦਾ, ਸਾਨੂੰ ਦੱਸ ਦੇਵੇ ਵੀ ਮੈਂ ਲੋਨ ਅਰੇਂਜ ਕਰ ਸਕਦਾ। ਤੇ ਮੈਂ ਕੀਤਾ, ਤੇ ਪਰ ਕਿਸੇ ਬੰਦੇ ਨੇ ਕੋਈ ਨੰਨਾ ਨਹੀਂ ਭਰਿਆ। ਫਿਰ ਤਰਲੋਕ ਸਿੰਘ ਗਿੱਲ ਦਾ ਉਹਨਾਂ ਨੇ ਅਰੇਂਜ ਕੀਤਾ 7.5 ਲੱਖ ਦਾ ਲੋਨ, ਤੇ 2.5 ਲੱਖ ਪਾਉਂਡ ਜਿਹੜਾ ਉਹ ਗੁਰਦੁਆਰੇ ਵੱਲੋਂ ਦਿੱਤਾ, ਤੇ 46,000 ਪਾਉਂਡ ਅਸੀਂ ਸੰਗਤ ਵਿੱਚੋਂ ਕੁਛ ਆਪ ਵੀ ਪਾਏ, ਬਾਕੀ ਸੰਗਤ ਦੇ ਮੈਂਬਰਾਂ ਨੇ ਵੀ ਜਿੰਨੇ ਵੀ ਕਿਸੇ ਦੀ ਐਮਸੀ ਪਾਏ 46,000 ਪਾਉਂਡ ਇਹ ਉਹ ਕੀਤਾ। ਪਰ ਹਰਜਾਬ ਸਿੰਘ ਦੇ ਕਹਿਣ ਤੇ ਇਹਦੇ ਜਿੰਨੇ ਇਹਦੇ ਬੋਲਚਾਲ ਵਾਲੇ ਬੰਦੇ ਸੀ, ਕਿਸੇ ਨੇ ਇੱਕ ਦਵਾਨੀ ਨਹੀਂ ਦਿੱਤੀ। ਹਾਲਾਂਕਿ ਤਰਲੋਕ ਸਿੰਘ ਗਿੱਲ ਐਵਰੀ ਸੰਡੇ ਅਨਾਉਂਸ ਕਰਦਾ ਹੁੰਦਾ ਸੀ ਵੀ ਕਾਰ ਪਾਰਕ ਲਈ ਮਾਇਆ ਦਿਓ, ਆਪਾਂ ਡਿਪੋਜ਼ਿਟ ਦੇਣਾ, ਪਰ ਇਹਨਾਂ ਨੇ ਜਾਣ ਬੁੱਝ ਕੇ ਇੱਕ ਵੀ ਪੈਸਾ ਨਹੀਂ ਦਿੱਤਾ। ਹੁਣ ਜਿਹੜੀ ਇਹ ਲੋਨ ਦੀ ਗੱਲ ਕਰ ਰਿਹਾ, ਲੋਨ 7.5 ਲੱਖ ਪਾਉਂਡ ਦਾ ਸੀਗਾ, ਉਹ 8 ਲੱਖ ਪਾਉਂਡ ਹੁਣ ਬਣਾਈ ਜਾਂਦੇ, ਪਤਾ ਨਹੀਂ 3 ਸਾਲਾਂ ਬਾਅਦ। ਲੋਨ 7.5 ਲੱਖ ਦਾ ਲਿਆ ਸੀਗਾ, ਜਦੋਂ ਕਾਰ ਪਾਰਕ ਲਈ ਵੀ ਆ ਕੋਈ ਸਟੈਂਪ ਡਿਊਟੀ ਪੇ ਨਹੀਂ ਕੀਤੀ, ਕਿਉਂਕਿ ਅਸੀਂ ਜਿਹੜੀ ਕਾਰ ਪਾਰਕ ਉਹ ਟਰਸਟ ਦੇ ਨਾਂ ਲਵਾਈ ਸੀਗੀ, ਨਾ ਕਿ ਕਿਸੇ ਬੰਦੇ ਦੇ ਨਾਂ, ਜਿੱਦਾਂ ਕਿ ਇਹਨਾਂ ਨੇ ਕੀਤਾ ਸੀ। ਉੱਤੇ ਕਿਵੇਂ 50,000 ਪਾਉਂਡ ਦੀ ਸਟੈਂਪ ਡਿਊਟੀ ਵੀ ਵਿੱਚ ਆਈ, ਤੇ ਲੋਨ 7.5 ਲੱਖ ਦਾ ਸੀਗਾ। ਕਿਉਂਕਿ ਇੱਥੇ ਗੱਲ ਇਹ ਕਰਨੀ ਬਣਦੀ ਵੀ ਟਰਸਟ ਦੇ ਨਾਲ ਚੈਰਿਟੀ ਕਰਕੇ ਉਹ 50,000 ਸਟੈਂਪ ਡਿਊਟੀ ਵੀ ਬਣੀ। 1995 ਤੋਂ ਲੈ ਕੇ ਕਾਬਜ਼ ਰਹੀ ਇਹ ਧਿਰ। 2012 ਦੇ ਵਿੱਚ ਇੱਕ ਕਮੇਟੀ ਬਣੀ ਸੀਗੀ ਜਿਹਦੇ 'ਚ ਇਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ 12-13 ਮੈਂਬਰਾਂ ਨੂੰ। ਉਹ ਤੋਂ ਬਾਅਦ ਸੰਗਤਾਂ ਨੇ, ਕਿਉਂਕਿ ਗੁਰੂ ਘਰ ਦੇ ਵਿੱਚ ਹਮੇਸ਼ਾ ਪਿਆਰ ਦੇ ਨਾਲ ਕੰਮ ਚੱਲਦਾ ਹੈ, ਲੜਾਈ ਨਹੀਂ ਹੋਣੀ ਚਾਹੀਦੀ, ਪਰ ਫਿਰ ਵੀ 2014 'ਚ ਜਿਹੜੀ ਕਮੇਟੀ ਸਾਂਝੀ ਬਣੀ ਸੀ ਉਹ 2 ਗਰੁੱਪ ਸਨ। ਇੱਕ ਅਮਰੀਕ ਸਿੰਘ ਸੰਧੂ ਹੁਣਾਂ ਦਾ ਗਰੁੱਪ ਸੀਗਾ, ਤੇ ਦੂਜਾ ਹਰਜਾਪ ਸਿੰਘ ਲੱਖਪੁਰੀ ਹੁਣਾਂ ਦਾ ਗਰੁੱਪ ਸੀ, ਜਿਹਦੇ ਵਿੱਚ ਜਿਹੜਾ ਕਿ ਤਰਲੋਕ ਸਿੰਘ ਗਿੱਲ ਪ੍ਰਧਾਨ ਸਨ, ਤੇ ਉਧਰੋਂ ਜਨਰਲ ਸੈਕਟਰੀ ਜਿਹੜਾ ਕਿ ਉਹ ਸੀਗੇ ਆਪਣੇ ਜਨਰਲ ਸੈਕਟਰੀ ਬਲਵਿੰਦਰ ਸਿੰਘ ਚਾਹਲ, ਜਿਹੜੇ ਕਿ ਪਹਿਲੀ ਮੀਟਿੰਗ ਤੇ ਹੀ ਨਹੀਂ ਪਹੁੰਚੇ, ਜਾਂ ਪਹੁੰਚੇ ਕਿੱਦਾਂ ਹੋਈ, ਕਿਉਂਕਿ ਮੈਂ ਇਹ ਜਾਣਨਾ ਚਾਹੁੰਦਾ, ਕਿਉਂਕਿ 1995 ਤੋਂ ਲੈ ਕੇ ਜਨਰਲ ਸੈਕਟਰੀ ਸਰਦਾਰ ਹਰਜਾਪ ਸਿੰਘ ਰਹੇ ਨੇ, ਕਿਉਂਕਿ ਉਹ ਗੁਰੂ ਵਾਲੇ ਨਹੀਂ, ਹਲੇ ਉਹਨਾਂ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ, ਪਰ ਉਹ ਇਦਾਂ ਦੀ ਸੈਟਿੰਗ ਕਰ ਲੈਂਦੇ ਸੀ ਵੀ ਹੌਲੀ ਸੌਲੀ 1 ਮੈਨ ਕੰਟਰੋਲ ਆ, ਮਤਾ ਪਵਾ ਲੈਣਾ ਤੇ ਚੇਅਰਮੈਨ ਬਣ ਜਾਣਾ। ਮੈਂ ਉਹ ਜਾਣਨਾ ਚਾਹੁੰਦਾ ਵੀ ਜਿਹੜੀ ਉਹ ਪਹਿਲੀ ਮੀਟਿੰਗ ਹੋਈ ਸੀ ਸਰਦਾਰ ਅਮਰੀਕ ਸਿੰਘ ਸੰਧੂ ਜੀ, ਜਦੋਂ 2 ਗਰੁੱਪਾਂ ਨੇ ਬੜਾ ਪਿਆਰ ਦਿਖਾਇਆ ਵੀ ਆਪਾਂ ਇਕੱਠੇ ਹੋ ਕੇ ਚੱਲੀਏ, ਉਹਦੇ ਬਾਰੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ। ਬਲਵਿੰਦਰ ਸਿੰਘ ਚਾਹਲ ਦੀ ਇਹ ਆਦਤ ਉਹ ਕਦੇ ਵੀ ਗੁਰਦੁਆਰੇ ਸੰਡੇ ਦੀਵਾਨ ਵਿੱਚ ਵੀ ਕਦੇ ਉਹ 1:30-2 ਵਜੇ ਤੋਂ ਪਹਿਲਾਂ ਕਦੇ ਨਹੀਂ ਵੜਿਆ, ਤੇ ਨਾ ਹੀ ਉਹਨੂੰ ਕਦੇ ਕੋਈ ਸੇਵਾ, ਹਾਲੇ ਤੱਕ ਮੈਂ ਉਹਨੂੰ ਕਦੇ ਸੇਵਾ ਵੀ ਨਹੀਂ ਕਰਦਾ ਨਹੀਂ ਦੇਖਿਆ। ਤੇ ਉਸ ਮੀਟਿੰਗ ਵਿੱਚ ਉਦੋਂ ਕਿਉਂਕਿ ਹਰਜਾਬ ਸਿੰਘ ਖੁਦ ਜਨਰਲ ਸੈਕਟਰੀ ਬਣ ਨਹੀਂ ਸਕਦਾ, ਇਹਨੇ ਪਵਾਇਆ ਸੀ ਵੀ ਜਨਰਲ ਸੈਕਟਰੀ ਇਹ ਚਾਹੀਦਾ। ਜਦੋਂ ਪਹਿਲੀ ਮੀਟਿੰਗ ਹੋਈ
ਤੇ ਪਹਿਲੀ ਮੀਟਿੰਗ ਵਿੱਚ ਹੀ ਉਹ ਕਹਿੰਦਾ ਵੀ ਮੈਂ ਚੇਅਰ ਕਰਨੀ ਮੀਟਿੰਗ, ਪਰ ਤਰਲੋਕ ਸਿੰਘ ਗਿੱਲ ਨੇ ਕਿਹਾ ਵੀ ਜਿਹੜਾ ਪ੍ਰਧਾਨ ਵਾ ਉਹ ਇਹ ਕਹਿੰਦਾ ਵੀ ਪ੍ਰਧਾਨ ਜਿਹੜੇ ਚੇਅਰ ਕਰੂਗਾ, ਤੂੰ ਜਨਰਲ ਸੈਕਟਰੀ ਦਾ ਕੰਮ ਆ ਮਿੰਟਸ ਲਿਖਣੇ, ਤੂੰ ਮਿੰਟਸ ਲਿਖ। ਉਹ ਕਹਿੰਦਾ ਜੇ ਇਦਾਂ ਕਰਨੀ ਤਾਂ ਮੈਂ ਮੀਟਿੰਗਾਂ 'ਚ ਨਹੀਂ ਆਉਣਾ, ਤੁਸੀਂ ਜੋ ਕਰਨਾ ਕਰੋ। ਉਹਦੇ ਤੋਂ ਬਾਅਦ ਆ ਜਿਹੜੇ ਪ੍ਰੋਜੈਕਟਾਂ ਦੀ ਮੈਂ ਗੱਲ ਕਰਾਂ, 1 ਮਿਲੀਅਨ ਪਾਉਣ ਦੀ ਕਾਰ ਪਾਰਕ ਲਈ ਤੇ ਬਾਕੀ ਪ੍ਰੋਜੈਕਟ ਜਿਹੜੇ ਨੇ, ਤੁਸੀਂ ਜਿਹੜੀ ਇੱਕ ਮੈਂ ਤੁਹਾਡੇ ਕੋਲ ਗੱਲ ਕਰਦਾ ਵੀ ਜਿਹੜੀ ਇੰਨੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਛੱਤ ਚੋਂਦੀ ਸੀ ਬਿਲਡਿੰਗ, ਉਹਨੂੰ ਤੁਸੀਂ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰ ਕਿੰਨੇ ਕੋਟੇਸ਼ਨ ਆਲੇ ਦੁਆਲੇ ਲਾਏ ਸੀ ਤੇ ਤੁਸੀਂ ਕਿੰਨੇ ਸੰਗਤਾਂ ਦਾ ਦਸਵੰਧ ਜਿਹੜਾ ਉਹ ਬਚਾਉਣਾ ਚਾਹੀਦਾ, ਤੁਸੀਂ ਆਪਣੇ ਤੋਂ ਵਧੀਆ ਮੈਨੇਜਮੈਂਟ ਨੇ ਤੇ ਉਹ ਧੰਨਵਾਦ ਕੀਤਾ ਜਾਂਦਾ ਜਿਸ ਨੌਜਵਾਨ ਨੇ ਉਹ ਕੰਮ ਵੀ ਕੀਤਾ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਉਹਦੇ ਬਾਰੇ। ਉਹਦੇ 3 ਅਸੀਂ ਐਸਟੀਮੇਟ ਲਏ ਸੀ, 3 ਐਸਟੀਮੇਟਾਂ ਵਿੱਚੋਂ ਸਾਰਿਆਂ ਨੂੰ ਦੂਜਾ ਉਹ ਰਣਜੀਤ ਰੂਫਿੰਗ ਵਾਲੇ ਦਾ ਐਸਟੀਮੇਟ ਜਿਹੜਾ ਸਸਤਾ ਸੀਗਾ, ਤੇ ਨਾਲ ਉਹਦੇ ਹੋਰ ਵੀ ਐਕਸਟਰਾ ਕੰਮ ਵੀ ਕਰ ਦਿੱਤੇ ਉਸੇ ਐਸਟੀਮੇਟ, ਹਾਲਾਂਕਿ ਲੋ ਐਸਟੀਮੇਟ ਦੇਣ ਦੇ ਬਾਵਜੂਦ ਵੀ ਹੋਰ ਵੀ ਉਹਨੇ ਐਕਸਟਰਾ ਕੰਮ ਵੀ ਕੀਤੇ, ਇੰਸੂਲੇਸ਼ਨ ਪਾਈ ਰੂਫ ਵਿੱਚ, ਤੇ ਫਿਰ ਵੀ ਅਸੀਂ ਇਸ ਲੋ ਤੋਂ ਕਰਾਇਆ ਕੰਮ। ਉਹ ਪਹਿਲਾਂ ਤਕਰੀਬਨ 15 ਸਾਲ ਬਾਲਟੀਆਂ ਰੱਖਦੇ ਹੁੰਦੇ ਸੀ, ਜਦੋਂ ਹਰਜਾਬ ਸਿੰਘ ਦਾ ਚਾਰਜ ਸੀਗਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਇਹ ਰੂਫ ਰਿਪੇਅਰ ਕਰਵਾ ਲਈਏ, ਪਰ ਬਾਲਟੀਆਂ ਰੱਖ ਕੇ ਬੋਤਲ ਸਾੜਦੇ ਰਹੇ ਤਾਂ ਕਿ ਪੈਰ ਨਾ ਲੱਗੇ ਗੁਰਦੁਆਰੇ ਦਾ। ਇਹ ਬਹੁਤ ਵਧੀਆ ਗੱਲ ਆ। ਗੁੰਮਦ ਜਿਹੜੇ ਆ ਉਹ ਵੀ ਪੇਂਟ ਕੀਤੇ ਗਏ, ਫਰੀ ਸਿੰਘ ਨੇ, ਸਰਦਾਰ ਪੱਪੀ ਭਾਜੀ ਹੁਣਾਂ ਨੇ ਸਾਊਥ ਹਾਲ ਤੋਂ ਆਣ ਕੇ ਸੇਵਾ ਕੀਤੀ। ਮੈਂ ਗੱਲ ਇੱਥੇ ਦੱਸਣੀ ਇਹ ਚਾਹੁੰਦਾ ਹੈ, ਪ੍ਰੋਪੇਗੰਡਾ ਕਰਕੇ ਜਿਹੜੇ ਲੋਕ ਸੇਵਾ ਕਰਦੇ ਨੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ। ਮੈਂ 4-5 ਪ੍ਰੋਜੈਕਟ ਗਿਣਾਵਾਂਗਾ। 1995 ਤੋਂ ਲੈ ਕੇ 2014 ਤੱਕ ਸਿਰਫ ਤੇ ਸਿਰਫ ਇੱਕ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਉਸਾਰੀ ਕੀਤੀ ਗਈ, ਉਹ ਸਰਦਾਰ ਅਮਰੀਕ ਸਿੰਘ ਹੁਣੀ ਦੱਸ ਗਏ ਨੇ। 2014 'ਚ ਜਦੋਂ ਹੀ ਪ੍ਰਬੰਧ ਚੇਂਜ ਹੁੰਦਾ, ਸੰਗਤਾਂ ਦੀ ਡਿਮਾਂਡ ਤੇ ਜਿਹੜੀ ਚੀਜ਼ ਦੀ ਜ਼ਰੂਰਤ ਸੀਗੀ ਉਹ ਕੰਮ ਕੀਤੇ ਗਏ। ਉਹ ਕੰਮ ਕੀਤੇ ਗਏ, ਜੋੜਾ ਘਰ ਬਣਾਇਆ ਗਿਆ, ਲੰਗਰ ਹਾਲ ਖੁੱਲ੍ਹਾ ਕੀਤਾ ਗਿਆ, ਜਿਹੜੀ ਕਿ ਲਾਇਬ੍ਰੇਰੀ ਸੀ ਉਹਨੂੰ ਸਾਈਡ 'ਤੇ ਬਣਾਇਆ ਗਿਆ। ਉਹਦੇ ਤੋਂ ਬਗੈਰ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਲਈ ਬੜੀ ਮੁਸ਼ਕਲ ਹੁੰਦੀ ਸੀ, ਉਹਨਾਂ ਲਈ ਤਕਰੀਬਨ ਆਪਾਂ ਕਹਿ ਸਕਦੇ ਇੱਕ 3 ਬੈਡਰੂਮ ਦਾ ਘਰ ਹੀ ਰੂਫ ਦੇ ਵਿੱਚ ਜਿਹੜੀ ਐਕਸਟੈਂਸ਼ਨ ਕਰਕੇ ਨਾਲ ਉਹ ਇੱਕ 3 ਬੈਡਰੂਮ ਦਾ ਘਰ ਬਣਾਇਆ ਗਿਆ। ਇੱਕ ਬੜਾ ਵੱਡਾ ਮੀਟਿੰਗ ਹਾਲ ਉੱਤੇ ਬਣਾਇਆ ਗਿਆ, ਇੱਕ ਗੁਰਦੁਆਰਾ ਸਾਹਿਬ ਲਈ ਆਫਿਸ ਨਵਾਂ ਬਣਾਇਆ ਗਿਆ। ਤੇ ਮੈਂ ਇਹ ਗੱਲ ਕਹਿ ਸਕਦਾ ਗੁਰੂ ਦੇ ਭਰੋਸੇ ਤੇ ਜਿਹੜੀ 1995 ਤੋਂ ਲੈ ਕੇ ਜਿਹੜਾ ਕਿ 2014 ਤੱਕ ਮੈਨੂੰ ਯਾਦ ਆ, ਸੀਲਿੰਗ ਜ਼ਰੂਰ ਇਹਨਾਂ ਨੇ ਵਿੱਚ ਇੱਕ ਵਾਰ ਇਸ ਗਰੁੱਪ ਨੇ ਕਰਾਈ ਸੀ। ਉਹਦੇ 'ਚ ਕਾਰਪੇਟ ਦੀ ਜਿਹੜੀ ਸੇਵਾ ਉਹ ਪੰਜਾਬ ਤੋਂ ਆਏ ਨੌਜਵਾਨ ਜਿਹੜੇ ਨੇ ਉਹਨਾਂ ਨੇ 15 ਤੋਂ 16 ਹਜ਼ਾਰ ਉਹਨਾਂ ਨੇ ਨੌਜਵਾਨਾਂ ਨੇ ਜਿਨ੍ਹਾਂ ਨੇ ਇੱਥੇ ਪੱਕੇ ਵੀ ਨਹੀਂ, ਉਹਨਾਂ ਨੇ ਜਿਹੜੀ ਸੇਵਾ ਦਿੱਤੀ ਤੇ ਉਹਨਾਂ ਨੇ ਕਾਰਪੇਟ ਕਰਾ ਕੇ ਦਿੱਤਾ ਸੀ। ਤੇ ਮੈਂ ਗੱਲ ਇੱਕ ਹੋਰ ਕਹਿ ਦੇਵਾਂ, ਜਦੋਂ ਕਾਰ ਪਾਰਕ ਲੈਣੀ ਆ, ਮੈਨੂੰ ਯਾਦ ਆ ਇਸ ਗੱਲ ਦੇ ਵਿੱਚ ਕਿ ਜਿਹੜੇ ਇਹੀ ਬੰਦੇ ਹੁਣ ਕਲੇਮ ਕਰ ਰਹੇ ਨੇ ਉਹ ਵੀਡੀਓ ਦੇ ਵਿੱਚ 1,71,000 ਪਾਉਂਡ ਸੰਗਤਾਂ ਨੇ ਜਿਸ ਕੀਤੀ ਸੀ ਲੋਨ ਮੋੜ ਨੂੰ, ਇਹਨਾਂ ਦੇ ਗਰੁੱਪ 'ਚੋਂ ਇਹਨਾਂ ਹਰਜਾਬ ਸਿੰਘ ਪਾਰਟੀ 'ਚੋਂ ਕਿਸੇ ਨੇ 1 ਰੁਪਈਆ ਨਹੀਂ ਦਿੱਤਾ। ਸਰਦਾਰ ਤਰਲੋਕ ਸਿੰਘ ਗਿੱਲ ਐਤਵਾਰ ਨੂੰ ਅਨਾਉਂਸਮੈਂਟ ਕਰਦੇ ਸਨ ਤੇ ਮੈਂ ਆਪਣੇ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ, ਉਹਨਾਂ ਪਰਿਵਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ 100 ਪਾਉਂਡ ਤੋਂ ਲੈ ਕੇ 2500 ਤੱਕ ਪਾ ਕੇ 46,000 ਜਦੋਂ ਪਾਰਕ ਲੈਣੀ ਸੀ ਉਸ ਵੇਲੇ ਦਸਬੰਧ ਸੰਗਤਾਂ ਨੇ ਦਿੱਤਾ। ਤੇ ਹੁਣ ਇੱਥੋਂ ਇਮਾਨਦਾਰੀ ਦਾ ਇਹ ਪਤਾ ਲੱਗਦਾ ਵੀ ਇਹ ਲੋਕ ਜਿਹੜੇ ਨੇ ਜਿਹੜੇ ਅੱਜ ਕਲੇਮ ਕਰ ਰਹੇ ਨੇ ਚਾਹ ਦਾ ਕੱਪ ਹੱਥ 'ਚ ਫੜ ਕੇ, ਇਹਨਾਂ ਨੇ ਜਦੋਂ ਕਾਰ ਪਾਰਕ ਲੈਣੀ ਸੀ ਉਸ ਵੇਲੇ ਕਿਉਂ ਨਹੀਂ ਪੈਸੇ ਦਿੱਤੇ। ਤੇ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ, ਕੁਝ ਸਮਾਂ ਕਾਰਜਕਾਲ ਸੀ ਗੁਰਦੁਆਰਾ ਸਾਹਿਬ ਨਾਨਕਸਰ ਦੇ ਮਗਲੇ ਪਾਸੇ ਇੱਕ ਬੜੀ ਵਧੀਆ ਜਗ੍ਹਾ ਸੀ ਕੌਂਸਲ ਦੀ ਜਿਹੜੀ ਮਿਲ ਰਹੀ ਸੀ। ਮੈਂ ਸੰਧੂ ਸਾਹਿਬ ਉਸ ਬਿਲਡਿੰਗ ਬਾਰੇ ਤੁਹਾਡੇ ਕੋਲ ਜਾਣਨਾ ਚਾਹੁੰਦਾ। ਇਹਨਾਂ ਨੇ ਇੱਕ ਇਲਜ਼ਾਮ ਲਾਏ ਨੇ ਕਿ ਸੰਗਤਾਂ ਦੇ ਫੰਡ ਮਿਸਯੂਜ਼ ਕੀਤੇ ਗਏ ਨੇ। ਮੈਂ ਉਹ ਮਿਸਯੂਜ਼ ਤੇ ਤੁਹਾਡੇ ਕੋਲ ਇੱਕ ਖਬਰ ਵੀ ਹੈ ਡੇਲੀ ਇੱਕੋ ਦੀ, ਉਹ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਉਹਦੇ ਬਾਰੇ ਥੋੜਾ ਚਾਨਣਾ ਪਾਓ। ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜਗ੍ਹਾ ਸੀਗੀ, ਉਹ ਕਾਫੀ ਚਿਰਾਂ ਤੋਂ ਖਾਲੀ ਪਈ ਸੀ। ਜਦੋਂ ਅਸੀਂ ਦਾਸ ਵੀ ਜਨਰਲ ਸੈਕਟਰੀ ਸੀ ਉਦੋਂ ਉਹਨਾਂ ਨੂੰ ਪੁੱਛਿਆ ਤਾਂ ਉਹ ਸਾਨੂੰ ਕਹਿੰਦੇ ਤੁਸੀਂ ਪਲੈਨਿੰਗ ਪਾ ਦਿਓ। ਅਸੀਂ ਕਿਹਾ ਵੀ ਸਾਨੂੰ ਤੁਸੀਂ ਉਹਦੀ ਜਾਂ ਤਾਂ ਜਗ੍ਹਾ ਦੀ ਲੀਜ਼ ਦਿਓ ਜਾਂ ਸਾਨੂੰ ਦੱਸੋ ਕਿੰਨੇ ਦੀ ਵੇਚਣੀ ਹੈ, ਫਿਰ ਅਸੀਂ ਦੇਖੀਏ ਵੀ ਅਸੀਂ ਲੈ ਸਕਦੇ ਕਿ ਨਹੀਂ। ਤੇ ਪਲੈਨਿੰਗ ਅਸੀਂ ਨਹੀਂ ਪਾਉਣੀ ਬਿਲਕੁਲ, ਕਿਉਂਕਿ ਪਲੈਨਿੰਗ ਦਾ ਇਹ ਕੌਂਸਲ ਤੁਹਾਨੂੰ ਕਹਿ ਰਹੀ ਸੀ ਕਿ ਪਲੈਨਿੰਗ ਪਾ ਲਓ। ਇੱਥੇ ਗੱਲ ਇਹ ਆ ਵੀ ਜਦੋਂ ਤੁਸੀਂ ਕੋਈ ਪ੍ਰਾਪਰਟੀ ਲੈਣੀ ਹੋਵੇ, ਥਰਡ ਪਾਰਟੀ ਜਿਹੜਾ ਸੈਲਰ ਆ ਉਹ ਜੇ ਤੁਹਾਨੂੰ ਕਹੇ ਵੀ ਤੁਸੀਂ ਪਰਮਿਸ਼ਨ ਲੈ ਲਓ ਤੇ ਤੁਸੀਂ ਕਦੇ ਪੈਸੇ ਸਪੈਂਡ ਕਰੋਗੇ ਪਰਮਿਸ਼ਨ ਤੇ, ਇਹਦੇ ਬਾਰੇ ਥੋੜਾ ਮੈਂ ਉਹ ਇਹ ਦੱਸ ਰਿਹਾ ਸੀਗਾ ਵੀ ਮੈਂ ਉਹਨੂੰ ਜਵਾਬ ਦੇਤਾ ਹੈ। ਮੈਂ ਸਰਵੇਅਰ ਨੂੰ ਅਸੀਂ ਪਲੈਨਿੰਗ ਨਹੀਂ ਪਾਉਣੀ ਕਿਉਂਕਿ ਸਾਡੀ ਜਗ੍ਹਾ ਨਹੀਂ, ਅਸੀਂ ਪਲੈਨਿੰਗ ਦੇ ਪੈਸੇ ਕਾਹਦੇ ਖਰਚੀਏ। ਪਰ ਉਸ ਤੋਂ ਬਾਅਦ ਇਹ ਹਰਜਾਬ ਸਿੰਘ ਹੋਣੀ ਆ ਗਏ, ਇਹਨਾਂ ਨੇ ਜੀ ਉਹ ਨਾ ਤਾਂ ਇਹਨਾਂ ਨੂੰ ਜਗ੍ਹਾ ਉਹਨਾਂ ਨੇ ਲੀਜ਼ 'ਤੇ ਦੇਣ ਦਾ ਕੋਈ ਪ੍ਰੋਮਿਸ ਕੀਤਾ, ਨਾ ਵੇਚਣ ਦਾ, ਇਹਨਾਂ ਨੂੰ ਮੁੱਲ ਦੇਣ ਦਾ। ਇਹਨਾਂ ਨੇ ਪਲੈਨਿੰਗ ਪਾਤੀ, ਜੇ ਪਲੈਨਿੰਗ ਦੇ ਵਿੱਚ ਬਾਅਦ ਵਿੱਚ ਕੌਂਸਲ ਨੇ ਉਹੀ ਜਗ੍ਹਾ ਜਿਹੜੀ ਆਕਸ਼ਨ 'ਚ ਵੇਚ ਕੇ ਹੋਰ ਕਿਸੇ ਨੇ ਲੈ ਲਈ। ਤੇ ਇਹਨਾਂ ਨੇ ਜਿਹੜੀ 19 ਜੁਲਾਈ 2014 ਨੂੰ ਐਕੋ ਦੇ ਮੇਰੇ ਕੋਲ ਕਟਿੰਗ ਪਈ ਆ, ਪੰਜਾਬ ਸਿੰਘ ਨੇ ਬਿਆਨ ਦਿੱਤਾ ਹੈ ਵੀ ਸਾਡਾ 80,000 ਪਾਉਂਡ ਕੌਂਸਲ ਨੇ ਵੇਸਟ ਕਰਵਾਇਆ
ਤੇ ਵੀ ਇਹਨਾਂ ਜਗ੍ਹਾ ਵੀ ਨਹੀਂ ਸਾਨੂੰ ਦਿੱਤੀ। 80,000 ਪਾਉਂਡ ਅਸੀਂ ਪਲੈਨਿੰਗ ਤੇ ਲਾਇਆ। ਦਾਸ ਨੇ ਜਦੋਂ ਉਦੋਂ ਬਾਅਦ ਪੁੱਛਿਆ ਵੀ ਤੁਸੀਂ 80,000 ਪਾਉਂਡ, ਜਦੋਂ ਜਗ੍ਹਾ ਤੁਹਾਡੀ ਨਹੀਂ, ਤੁਸੀਂ 80,000 ਪਾਉਂਡ ਕਾਹਤੇ ਲਾਇਆ? ਤਾਂ ਬਾਅਦ ਵਿੱਚ ਹੌਲੀ ਹੌਲੀ ਜੇ ਇਹਨਾਂ ਨੇ ਉਹ ਕਹਿਣ ਲੱਗ ਪਿਆ ਜੀ ਨਹੀਂ 80 ਨਹੀਂ ਲੱਗਾ, 21,000 ਲੱਗਾ ਸੀ। ਇਹਦਾ ਮਤਲਬ ਉਦੋਂ ਇਹਨਾਂ ਨੇ ਜਾਂ ਤਾਂ ਕੌਂਸਲ ਨੂੰ ਝੂਠ ਬੋਲਿਆ ਜਾਂ ਫਿਰ ਹੁਣ ਝੂਠ ਬੋਲ ਰਿਹਾ ਆ। ਇਹਨਾਂ ਦੀ ਆਦਤ ਜਿਹੀ ਬਣ ਚੁੱਕੀ ਹੈ ਵੀ ਝੂਠ ਹਰੇ ਗੱਲ ਨਾਲ ਝੂਠ ਬੋਲਣਾ। ਜੇ ਅਸੀਂ ਕੋਈ ਸੱਚੀ ਗੱਲ ਕਰਨੀ ਚਾਹੁੰਦੇ ਤਾਂ ਸਾਨੂੰ ਸਟੇਜ ਤੇ ਟਾਈਮ ਨਹੀਂ ਦਿੰਦੇ। 80,000 ਦੀ ਗੱਲ ਹੈ। ਕਦੇ ਸੰਗਤਾਂ ਨੂੰ ਹਰਜਾਪ ਸਿੰਘ ਹੁਣਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ। ਇੱਥੇ ਅਸੀਂ ਕਲੈਰਿਟੀ 'ਚ ਕਰਦੇ ਹਾਂ ਵੀ ਜਿਹੜੀ ਬਿਲਡਿੰਗ ਕੌਂਸਲ ਨੇ ਤੁਹਾਨੂੰ ਵੇਚਣੀ ਸੀ, ਮੌਜੂਦਾ ਪ੍ਰਬੰਧ ਸਰਦਾਰ ਹਰਜਾਪ ਸਿੰਘ ਹੁਣੀ ਹੌਲੀ ਸੋਲੀ ਜਾਂ ਤਾਂ ਚੇਅਰਮੈਨ ਹੋਣਗੇ ਜਾਂ ਇਹ ਜਨਰਲ ਸੈਕਟਰੀ ਹੋਣਗੇ, ਉਸ ਵੇਲੇ ਇਹਨਾਂ ਦੀ ਇਹ ਐਕੋ ਦੀ ਖਬਰ ਆ। ਜੇ ਤੁਸੀਂ ਵੀ ਜਾ ਕੇ ਇਹ ਐਕੋ ਦੇ ਵਿੱਚ ਡੇਲੀ ਐਕੋ ਤੇ ਸਾਊਥਹੈਂਪਟਨ ਗੁਰਦੁਆਰਾ ਨਾਨਕਸਰ ਭਰੋਂਗੇ ਤੇ ਆ ਜਾਣਾ। ਹਰਜਾਪ ਸਿੰਘ ਨੇ ਪੂਰੇ ਪਬਲਿਕਲੀ ਇੱਥੇ ਦੇ ਪੇਪਰ ਦੇ ਵਿੱਚ ਇਹ ਨਿਊਜ਼ ਆਪਣੀ ਫੋਟੋ ਵੀ ਦਿੱਤੀ ਹੋਈ ਹੈ ਬਈ ਇਹ ਹੁਣ ਤੁਸੀਂ ਦੇਖ ਲਓ ਕਿ ਜਿਹੜਾ 80,000 ਪਾਉਂਡ ਇਹ ਬਦਨਾਮ ਜਾਂ ਬਲੇਮ ਕਰ ਰਹੇ ਕੌਂਸਲ ਨੂੰ ਸੰਗਤਾਂ ਦਾ, ਚਾਹੇ ਇਹਨੇ 5 ਰੁਪਏ ਖਰਾਬ ਕੀਤੇ ਜਾਂ ਇਹਨੇ 80,000 ਕੀਤਾ, ਉਹ ਹਲੇ ਤੱਕ ਕਲੈਰਿਟੀ 'ਚ ਨਹੀਂ ਦੱਸਿਆ। ਜਿਵੇਂ ਕਿ ਸੰਧੂ ਸਾਹਿਬ ਦੱਸਿਆ ਬਈ ਪਤਾ ਲੱਗਿਆ ਵੀ 21,000 ਪਾਉਂਡ ਆ। ਸਾਧ ਸੰਗਤ ਜੀ, ਹੁਣ 21,000 ਤੁਹਾਡਾ ਪੈਸਾ ਜਿਹੜਾ ਇੱਕ ਪਲੈਨਿੰਗ ਪਰਮਿਸ਼ਨ ਨੂੰ ਲੈਣ ਲਈ ਖਰਾਬ ਕਰ ਦਿੱਤਾ ਕਿ ਜਿਹੜੀ ਪ੍ਰਾਪਰਟੀ ਲਈ ਵੀ ਨਹੀਂ ਬਾਅਦ 'ਚ। ਸੰਧੂ ਸਾਹਿਬ ਇਹਦੇ ਬਾਰੇ ਕੀ ਕਹੋਗੇ? ਮੈਂ ਇਹੋ ਹੀ ਕਲੀਅਰ ਕਰਨਾ ਚਾਹੁੰਦਾ ਵੀ ਇਹ ਬੰਦਾ ਕਹਿ ਰਿਹਾ ਵੀ ਮਿਸਯੂਜ਼ ਫੰਡ ਕੀਤੇ। ਜਿੱਥੋਂ ਤੱਕ ਦਾਸ ਦਾ ਸੰਬੰਧ ਵਾ, ਜੇ ਇੱਕ ਵੀ ਪੈਸੇ ਦਾ ਜਾਂ ਜਿਹੜੀ ਜਸਵੀਰ ਸਿੰਘ ਉਹਨਾਂ ਦੀ ਤੇ ਤਰਲੋਕ ਸਿੰਘ ਗਿੱਲ ਦੀ ਜੇ ਕਮੇਟੀ ਦਾ ਇਹ ਸਾਬਤ ਕਰ ਦੇਵੇ ਇੱਕ ਵੀ ਪੈਸਾ ਇਹਨਾਂ ਦੇ ਵੇਸਟ ਕੀਤਾ ਜਾਂ ਮਿਸਯੂਜ਼ ਕੀਤਾ ਤਾਂ ਅਸੀਂ ਜ਼ਿੰਮੇਵਾਰ ਹਾਂ, ਅਸੀਂ ਉਹ ਪੈਸੇ ਸੰਗਤ ਦੇ ਚਰਨਾਂ ਵਿੱਚ ਰੱਖਾਂਗੇ। ਪਰ ਇਹ ਜਿਹੜਾ 80,000 ਇਹ ਕਹਿੰਦਾ ਇਹਦੇ ਹੋਰ ਪਤਾ ਨਹੀਂ ਕਿੰਨੇ ਮਿਸਯੂਜ਼ ਕੀਤੇ। ਆਹ ਤਾਂ ਇੱਕ ਉਹਦੀ ਕਟਿੰਗ ਸਾਡੇ ਕੋਲ ਪ੍ਰੂਫ ਪਿਆ, ਅਸੀਂ ਉਹੀ ਗੱਲ ਕਰ ਰਹੇ ਹਾਂ। ਜਿਹੜਾ ਸਾਡੇ ਕੋਲ ਪ੍ਰੂਫ, ਬਿਨਾਂ ਪ੍ਰੂਫ ਤੋਂ ਅਸੀਂ ਕੋਈ ਗੱਲ ਨਹੀਂ ਕਰ ਰਹੇ। ਜਾਂ ਇਹ ਦੱਸ ਦੇਵੇ ਵੀ 80,000 ਇਹਨੂੰ ਵੇਸਟ ਕੀਤਾ ਜਾਂ ਇਹ ਝੂਠ ਬੋਲਿਆ ਸੀ। ਜੇ ਕੱਲ੍ਹ ਨੂੰ ਤੁਸੀਂ ਸਰਦਾਰ ਹਰਜਾਪ ਸਿੰਘ ਨੂੰ ਉਹ ਚਾਹਵੇ ਤੇ ਤੁਸੀਂ ਪਬਲਿਕ ਦੇ ਵਿੱਚ, ਪਬਲਿਕ ਡੋਮੇਨ ਦੇ ਵਿੱਚ ਵਿਦ ਪ੍ਰੂਫ ਤੁਸੀਂ ਡਿਬੇਟ ਕਰਨ ਲਈ ਰੈਡੀ ਹੋ? ਅਸੀਂ ਹਰਜਾਪ ਸਿੰਘ ਨਾਲ ਜਦੋਂ ਵੀ ਮਰਜ਼ੀ ਡਿਬੇਟ ਕਰਨ ਨੂੰ ਰੈਡੀ ਹਾਂ। 3 ਵਾਰੀ ਚੈਰਿਟੀ ਕਮਿਸ਼ਨ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ 3 ਬੰਦੇ ਬੈਠ ਕੇ ਗੱਲ ਕਰੋ। ਇਹ ਬੰਦਾ ਬਿਲਕੁਲ ਗੱਲ ਕਰਨ ਨੂੰ ਤਿਆਰ ਨਹੀਂ ਸੀ, ਕਿਉਂਕਿ ਜਾਂ ਤਾਂ ਇਹ ਕੁਝ ਲੁਕਾਉਂਦਾ ਸੀ ਜਾਂ ਇਹ ਕਰਨੀ ਨਹੀਂ ਚਾਹੁੰਦਾ। ਇਹ ਉਹਨੂੰ ਜੋ ਦੱਸ ਸਕਦਾ। ਫਿਰ ਇਹਨੂੰ ਪੈਰਾਲਿਸਿਸ ਵਾਲੇ ਜਿਹੜੇ ਇਲੈਕਸ਼ਨ ਕਰਾਉਂਦੇ ਆ ਉਹਨਾਂ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਇਲੈਕਸ਼ਨ ਵੀ ਕਰਾ ਸਕਦੇ। ਉਹ ਵੀ ਇਹ ਕਹੀ ਜਾਂਦਾ ਅਸੀਂ ਲੀਗਲ ਸਭ ਕੁਝ ਕੀਤਾ ਆ। ਅਤੇ ਝੂਠ ਬੋਲਣ ਦਾ ਬੰਦਾ ਇਹ ਬਹੁਤ ਜ਼ਿਆਦਾ ਮਾਹਰ ਵਾ। ਇਹ ਝੂਠ ਬੋਲ ਕੇ ਲੋਕਾਂ ਨੂੰ ਇੱਦਾਂ ਕਨਵਿੰਸ ਕਰ ਦਿੰਦਾ ਵੀ ਮੈਂ ਸੱਚ ਬੋਲ ਰਿਹਾ। ਜੇ ਇਹਨਾਂ ਨੂੰ ਕਿਹਾ ਵੀ ਸਾਨੂੰ ਵੀ ਟਾਈਮ ਦਿਓ ਤਾਂ ਕਿ ਅਸੀਂ ਸੰਗਤ ਨੂੰ ਦੱਸ ਸਕੀਏ ਸੱਚ ਕੀ ਆ, ਪਰ ਸਾਨੂੰ ਬਿਲਕੁਲ ਟਾਈਮ ਨਹੀਂ ਦਿੰਦੇ ਤਾਂ ਕਿ ਲੋਕਾਂ ਨੂੰ ਪਤਾ ਨਹੀਂ ਲੱਗੇ ਵੀ ਸੱਚ ਕੀ ਹੈ ਝੂਠ ਕੀ ਆ। ਜੇ ਮੈਂ ਗੱਲ ਕਰ ਦੇਵਾਂ 2014 ਦੇ ਵਿੱਚ ਜਿਹੜੀ ਕਮੇਟੀ ਪ੍ਰਬੰਧ ਆਇਆ ਸੀ, ਉਹਨਾਂ ਨੇ, ਮੈਂ ਤੁਹਾਨੂੰ ਪਹਿਲਾਂ ਕੰਮ, ਕਿਉਂਕਿ ਜਦੋਂ ਪ੍ਰਬੰਧ 'ਚ ਆਉਣਾ ਨਾ, ਆਪਣੇ ਪਿੰਡ ਦੀ ਲੰਬੜਦਾਰੀ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ 'ਚ ਫਰਕ ਹੈ। ਇਹਨਾਂ ਨੇ ਉਸ 2-3 ਸਾਲ ਦੇ ਵਿੱਚ ਕਿਹੜੇ ਕੰਮ ਕੀਤੇ ਤੁਸੀਂ ਸੰਗਤਾਂ ਭਲੀ ਭਾਤ ਜਾਣਦੀਆਂ ਨੇ। ਹੁਣ ਮੈਂ ਗੱਲ ਦੁਬਾਰੇ ਕਰਦਾ, ਆਖਰੀ ਐਪੀਸੋਡ ਹੈ ਜਿਹੜਾ ਜਿੰਦੇ ਭੰਨਣ ਦਾ। ਮਿਸਯੂਜ਼ ਪਾਵਰ ਜਿਹੜੀ ਹੈ ਉਹਨੂੰ ਮਿਸਯੂਜ਼ ਕਰਨਾ ਹੈ। 2018 ਦੇ ਜੂਨ ਮਹੀਨੇ 'ਚ, ਕਿਉਂਕਿ ਜਿਹੜਾ ਪਹਿਲੀ ਕਮੇਟੀ ਸੀ 2014 'ਚ ਸਾਂਝੀ ਬਣੀ ਸੀ, ਉਹ ਤੋਂ ਬਾਅਦ ਜਿਹੜੀ ਤੁਸੀਂ ਨਵੀਂ ਕਮੇਟੀ ਹੈ ਟਰਮ ਦੇ ਹਿਸਾਬ ਨਾਲ ਬਣਾਈ ਸੀ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵੀ ਉਹ ਕਮੇਟੀ ਜਿਹੜੀ ਬਣਾਈ ਸੀ ਤੁਸੀਂ ਬਿਲਕੁਲ ਰੂਲ ਐਂਡ ਰੈਗੂਲੇਸ਼ਨ ਜੋ ਤੁਹਾਡਾ ਵਿਧਾਨ ਕਹਿੰਦਾ ਸੀਗਾ, ਕਿਉਂਕਿ ਮੈਨੂੰ ਇਹ ਪਤਾ ਵੀ ਥੋੜੇ ਫੈਮਿਲੀ ਦੇ ਟਰਸਟੀ ਸੀ, ਉਹ ਤੇ ਮੈਂ ਬਾਅਦ 'ਚ ਆਉਣਾ, ਪਰ ਤੁਸੀਂ ਕਮੇਟੀ ਦਾ ਜਵਾਬ ਦਿਓ ਇਹਦਾ ਕਿ 2018 ਜਿਹੜੀ ਦੁਆਰੇ ਰੀਇਲੈਕਟ ਤੁਸੀਂ ਕਮੇਟੀ ਕੀਤੀ ਸੀ ਉਹ ਪ੍ਰੋਸੀਜਰ ਤੁਸੀਂ ਬਿਲਕੁਲ ਫੋਲੋ ਕੀਤਾ ਸੀ? ਉਹ ਜਿਹੜੀ ਉਸ ਵੇਲੇ ਦੀ ਮੌਜੂਦਾ ਕਮੇਟੀ ਸੀ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਨੋਮੀਨੇਸ਼ਨਾਂ ਦਿਓ ਆਪਣੀਆਂ ਕਮੇਟੀ ਵਾਸਤੇ। ਨੋਮੀਨੇਸ਼ਨ ਆਈਆਂ, ਇਹਨਾਂ ਨੇ ਜਾਣ ਬੁੱਝ ਕੇ ਨੋਮੀਨੇਸ਼ਨ ਨਹੀਂ ਦਿੱਤੀ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਮਾਈਂਡ ਬਣਾਇਆ ਸੀ ਅਸੀਂ ਰੌਲਾ ਪਾਉਣਾ ਗੁਰਦੁਆਰੇ 'ਚ, ਅਤੇ ਇਸ ਕਰਕੇ ਇਹਨਾਂ ਨੇ ਨੋਮੀਨੇਸ਼ਨ ਕੋਈ ਨਹੀਂ ਦਿੱਤੀ। 1-2 ਬੰਦਿਆਂ ਨੇ ਉਹਨਾਂ ਦੀ ਪਾਰਟੀ ਦੇ ਨੋਮੀਨੇਸ਼ਨ ਦਿੱਤੀਆਂ ਸੀਗੀਆਂ। 27 ਨੋਮੀਨੇਸ਼ਨ ਆਈਆਂ ਸੀਗੀਆਂ। 27 ਦੇ ਵਿੱਚੋਂ 2 ਨੇ ਡਰੋਪ ਆਪਣੇ ਨਾਮ ਵਿਦਡਰੋ ਕਰ ਲਏ, 25 ਰਹਿ ਗਏ ਸੀ। 25 ਦੀ ਕਮੇਟੀ ਬਣਨੀ, 25 ਦੇ 25 ਨਾਂ ਅਨਾਉਂਸ ਕਰ ਦਿੱਤੇ। ਅਤੇ ਜਦੋਂ ਅਨਾਉਂਸ ਕੀਤੇ ਉਸੇ ਵੇਲੇ ਇਹ ਉੱਠ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਤੁਸੀਂ ਉੱਠ ਕੇ ਰੌਲਾ ਪਾਓ। ਉਹਦੀ ਵੀਡੀਓ ਉਹਦੀ ਰਿਕਾਰਡਿੰਗ ਹੈ, ਅਤੇ ਇਹਨਾਂ ਨੇ ਉਹ ਰੌਲਾ ਪਾਇਆ ਜਾਣ ਬੁੱਝ ਕੇ, ਕਿਉਂਕਿ ਇਹਨਾਂ ਨੇ ਪਹਿਲਾਂ ਪਲਾਨ ਕੀਤੀ ਵੀ ਅਸੀਂ ਰੌਲਾ ਪਾਉਣਾ ਜੀ। ਇੱਕ ਮੈਂ ਡਾਕੂਮੈਂਟ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਕਿਉਂਕਿ ਜੇ ਇਹ ਰੌਲਾ ਜਿਹੜੀ ਮਿਸਯੂਜ਼ ਪਾਵਰ ਕੀਤੀ ਗਈ ਸੀਗੀ ਨਾ, ਉਹਦੇ ਤੋਂ ਪਹਿਲਾਂ ਇੱਕ, ਕਿਉਂਕਿ ਇਹ ਤੁਹਾਨੂੰ ਵੀ ਪਤਾ ਵੀ ਸਿਸਟਮ ਹੁੰਦਾ ਜਦੋਂ ਬੰਦੇ ਕੋਲ ਕੰਟਰੋਲ ਹੋਵੇ ਅਤੇ ਉਹ ਆਪਣੀ ਮਰਜ਼ੀ ਦੇ ਨਾਲ, ਜਿਵੇਂ ਕਿ ਅਮਰੀਕ ਸਿੰਘ ਹੁਣਾਂ ਨੇ ਪਹਿਲਾਂ ਗੱਲ ਕੀਤੀ ਸੀ ਵੀ ਟਰਸਟੀਆਂ ਨੂੰ ਕਿਹਾ ਵੀ ਜਾਂ ਤਾਂ ਨਿਕਲ ਜਾਓ
ਜਾਂ ਅਸੀਂ ਤੁਹਾਨੂੰ ਆਪਣੇ ਤਰੀਕੇ ਨਾਲ ਕੱਢਾਂਗੇ। ਮੈਂ ਇਹਨਾਂ ਵਾਲਾ ਲਫ਼ਜ਼ ਨਹੀਂ ਵਰਤ ਸਕਦਾ ਕਿਉਂਕਿ ਉਹਨਾਂ 'ਚ ਮੈਂ ਵੀ ਗਵਾਹ ਆ। ਇੱਕ ਟਰਸਟੀ ਨਾਲ ਅਸੀਂ ਮੀਟਿੰਗ ਵੀ ਕੀਤੀ ਸੀ, ਉਹਨੇ ਇਹ ਦੱਸੀ ਸੀ ਕਲੈਰਿਟੀ 'ਚ ਗੱਲ ਕਿਵੇਂ ਹੋਈ, ਬਈ ਸਿਆਣਾ ਬੰਦਾ ਫਿਰ ਸਮਝ ਜਾਂਦਾ। ਅਮਰੀਕ ਸਿੰਘ ਸੰਧੂ ਜੀ, ਆ ਤੁਹਾਡੇ ਕੋਲ ਇੱਕ ਲੈਟਰ ਹੈ 31/1/16 ਦੀ, ਇਹ ਕੀ ਲੈਟਰ? 31/1/16 'ਚ ਮੀਟਿੰਗ ਹੋਈ ਸੀ, ਦੋਨਾਂ ਪਾਰਟੀਆਂ ਦੇ ਬੰਦੇ ਬੈਠੇ ਸੀ, ਕੁਝ ਟਰਸਟੀ ਵੀ ਸੀਗੇ, ਜਿਹਦੇ ਵਿੱਚ ਆ ਹੇਠ ਲਿਖੇ ਫੈਸਲੇ ਕੀਤੇ ਗਏ ਸੀ ਵੀ ਜਿਹੜੀ ਕਮੇਟੀ ਬਣਨ ਤੋਂ ਪਹਿਲਾਂ ਟਰਸਟੀ ਜਿਹੜੇ ਚੇਂਜ ਕੀਤੇ ਜਾਣਗੇ। ਟਰਸਟੀ ਕਿਉਂ ਚੇਂਜ ਕਰਨ ਦੀ? ਕਿਉਂਕਿ ਟਰਸਟੀ ਜਿਹੜੇ ਆ ਉਹ 2004 ਤੋਂ ਟਰਸਟੀ ਉਹ ਬਣਾਏ ਹੋਏ ਸੀਗੇ। ਰੈਜ਼ੋਲੂਸ਼ਨ ਦੇ ਹੋਇਆ ਸੀ ਵੀ ਟਰਸਟੀ 5 ਸਾਲਾਂ ਬਾਅਦ ਚੇਂਜ ਕੀਤੇ ਜਾਇਆ ਕਰਨਗੇ, ਤੇ 2014 ਆ ਗਿਆ ਸੀ। ਟਰਸਟੀਆਂ ਨੂੰ ਬਿਲਕੁਲ ਇਹਨਾਂ ਨੇ ਮਲੀਫ ਉਹ, ਕਿਉਂਕਿ ਜਿਹੜੇ ਕੌਣ ਫੈਮਿਲੀ ਮੈਂਬਰ ਇਹ ਸਾਰੇ ਇਹਦੇ ਆਪਣੇ ਫੈਮਿਲੀ ਮੈਂਬਰ ਜਾਂ ਇਹਦੇ ਰਿਸ਼ਤੇਦਾਰਾਂ ਵਿੱਚੋਂ ਇਹਨੇ ਆਪਣੀ ਮਰਜ਼ੀ ਨਾਲ ਬਣਾਏ ਹੋਏ, ਤਾਂ ਕਿ ਉਹਨਾਂ ਤੋਂ ਜੋ ਹਾਂ ਇਹ ਕਹਿੰਦਾ ਵੀ ਸੀਗਾ ਵੀ ਮੈਂ ਉਹ ਬਣਾਉਂਗਾ ਜਿਹੜੇ ਬੰਦੇ ਮੇਰਾ ਹੁਕਮ ਮੰਨਣਗੇ, ਉਹੀ ਇਹਨੇ ਬਣਾਏ ਹੋਏ ਸੀਗੇ। ਤੇ ਸਾਨੂੰ ਜਦੋਂ ਮੈਂਬਰਸ਼ਿਪ ਤੋਂ ਵੀ ਕੱਢਿਆ, ਉਦੋਂ ਵੀ ਇਹਨਾਂ ਟਰਸਟੀਆਂ ਦੇ ਥਰੂ ਹੀ ਕਢਾਇਆ ਗਿਆ ਸੀ। ਤੇ ਫਿਰ ਫੈਸਲਾ ਇਹ ਹੋਇਆ ਸੀਗਾ ਵੀ ਜਿਹੜੇ ਨਵੀਂ ਕਮੇਟੀ ਬਣਨ ਤੋਂ ਪਹਿਲਾਂ ਟਰਸਟੀ ਚੇਂਜ ਕੀਤੇ ਜਾਣਗੇ। ਉਹ ਜਿਹੜੀ ਉਦੋਂ ਮੌਜੂਦਾ ਕਮੇਟੀ ਸੀ, ਉਹਨਾਂ ਨੇ ਅਨਾਉਂਸਮੈਂਟਾਂ ਕੀਤੀਆਂ ਵੀ ਟਰਸਟੀਆਂ ਲਈ ਨੋਮੀਨੇਸ਼ਨਾਂ ਦਿਓ। ਦੋਨਾਂ ਸਾਈਡਾਂ ਤੋਂ ਨੋਮੀਨੇਸ਼ਨਾਂ ਆਈਆਂ, 5 ਹਰਜਾਬ ਸਿੰਘ ਦੀ ਸਾਈਡ ਤੋਂ ਆਈਆਂ, 7 ਦੂਜੀ ਸਾਈਡ ਤੋਂ ਆਈਆਂ। ਬੈਠ ਕੇ ਬਹੁਤ ਕੋਸ਼ਿਸ਼ ਕੀਤੀ ਕਿ ਬੈਠ ਕੇ ਗੱਲ ਕੀਤੀ ਜਾਵੇ ਵੀ ਤਾਂ ਕਿ ਸਰਬਸੰਮਤੀ ਨਾਲ ਆਪਾਂ ਟਰਸਟੀ 5 ਜਿਹੜੇ ਆ ਜਾਂ 4 ਜਿੰਨੇ ਵੀ ਬਣਾਉਣੇ ਆ ਉਹ ਬਣਾ ਲਈਏ। ਪਰ ਇਹ ਬੰਦੇ ਨੇ ਬਿਲਕੁਲ ਪੈਰ ਨਹੀਂ ਲਾਏ, ਇਹ ਗੱਲ ਇਹ ਨਹੀਂ ਕੀਤੀ, ਕਿਉਂਕਿ ਇਹਦੀ ਪਲਾਨ ਇਹ ਸੀ ਵੀ ਜੇ ਬੈਠ ਕੇ ਬਣਾਉਣੇ ਆ ਤਾਂ ਸਾਂਝੇ ਬਣ ਜਾਣਗੇ, ਤਾਂ ਫਿਰ ਮੇਰਾ ਕੰਟਰੋਲ ਨਹੀਂ ਰਹਿਣਾ। ਤੇ ਇਹਦਾ ਆਪਣਾ ਕੰਟਰੋਲ ਰੱਖਣ ਦਾ ਸਿਰਫ ਇਹੀ ਤਰੀਕਾ ਸੀਗਾ ਵੀ ਆਪਣੀ ਮਰਜ਼ੀ ਦੇ 5 ਟਰਸਟੀ ਮੁੜ ਕੇ ਬਣਾ ਛੱਡੇ ਜਾਂ ਉਹਨਾਂ ਨੂੰ ਰੱਖ ਛੱਡੇ। ਤੇ ਇਹਨਾਂ ਨੇ ਜਿਹੜੇ 2004 'ਚ ਬਣਾਏ ਵੀ ਸੀ, ਉਹਨਾਂ ਨੂੰ ਫਿਰ ਇਨਾਮ ਇਹਨੇ ਇਹ ਦਿੱਤਾ ਸੀਗਾ ਜਿਹੜਾ ਗੁਰਦੁਆਰਾ ਵੀ ਤੇ ਗੁਰਦੁਆਰੇ ਦੀਆਂ ਪ੍ਰਾਪਰਟੀਆਂ ਵੀ ਉਹਨਾਂ ਦੇ ਇੰਡੀਵਿਜੂਅਲ ਨਾਂ ਲਵਾਈਆਂ ਸੀਗੀਆਂ। ਆਹ ਲੈਂਡ ਰਜਿਸਟਰ ਦੀਆਂ ਕਾਪੀਆਂ ਮੇਰੇ ਕੋਲ ਸਾਰੀਆਂ ਹੈਗੀਆਂ, ਜਿੰਨੀਆਂ ਲੈਂਡ ਰਜਿਸਟਰ ਦੀਆਂ ਕਾਪੀਆਂ ਸੀਗੀਆਂ ਸਾਰੀਆਂ ਉਹਨਾਂ 'ਤੇ ਲਿਖਿਆ ਹੈ ਪ੍ਰਾਈਵੇਟ ਪ੍ਰਾਪਰਟੀ। ਇਹ ਟਰਸਟੀ ਵੀ ਮੈਂ ਥੋੜ੍ਹੀ ਜਿਹੀ ਇਸ ਗੁਰਦੁਆਰਾ ਸਾਹਿਬ ਨਾਨਕਸਰ ਦੀ ਤੁਹਾਨੂੰ ਬੈਕਗਰਾਊਂਡ ਦੱਸ ਦਿੰਦਾ ਹੈ। ਤੁਹਾਨੂੰ ਇਹ ਪਤਾ ਵੀ ਜਿਹੜੇ ਗੁਰੂ ਦੇ ਸਿੱਖ ਨੇ, ਚਾਹੇ ਉਹ ਅੰਮ੍ਰਿਤਧਾਰੀ ਨੇ ਚਾਹੇ ਉਹ ਸਹਿਜਧਾਰੀ ਨੇ, ਜਦੋਂ ਜੂਨ ਦੇ ਵਿੱਚ ਘੱਲੂਘਾਰੇ ਦੀ ਡੇਟ ਰੱਖੀ ਜਾਂਦੀ ਆ ਲੰਡਨ ਵਿਖੇ ਮੁਜ਼ਾਹਰਾ ਕਰਨ ਦੀ, 90% ਇਹ ਸੱਜਣ ਹੈ ਜਿਹੜੇ ਨੇ, ਇਹ ਕਰਤਾ ਧਰਤਾ ਨੇ, ਇਹ ਮੀਟਿੰਗ ਉਸ ਦਿਨ ਦੀ ਰੱਖਦੇ ਹੁੰਦੇ ਸੀ। ਇਹਨਾਂ ਨੂੰ ਪਤਾ ਸੀ ਵੀ ਗੁਰਦੁਆਰੇ 'ਚੋਂ ਜਿਨ੍ਹਾਂ ਨੇ ਓਬਜੈਕਸ਼ਨ ਕਰਨਾ ਹੈ ਜਾਂ ਜਿਨ੍ਹਾਂ ਨੇ ਸਵਾਲ ਕਰਨਾ ਹੈ ਉਹ ਤਾਂ ਸਾਰੇ ਉਸ ਦਿਨ ਲੰਡਨ ਹੋਣੇ ਨੇ। ਇਹਦੇ ਬਾਰੇ ਕੀ ਕਹੋਗੇ? ਤੇ ਉਸ ਦਿਨ ਫਿਰ ਮਤੇ ਪਾਸ ਕੀਤੇ ਜਾਂਦੇ ਸੀ। ਉਦੋਂ ਟਰਸਟੀ ਇਹਨਾਂ ਨੇ ਨਵੇਂ ਬਣਾਉਣੇ ਸੀਗੇ। ਉਹ ਜਦੋਂ ਇਹ ਟਰਸਟੀਆਂ ਦੀ ਮੁੜ ਕੇ ਰਿਨਿਊ ਕਰਨ ਦੀ ਡੇਟ ਉਦੋਂ ਹੀ ਰੱਖੀ ਜਦੋਂ ਘੱਲੂਘਾਰੇ ਦਾ ਦਿਨ ਸੀਗਾ। ਫਿਰ ਸਾਨੂੰ ਅਸੀਂ ਕਿਹਾ ਵੀ ਹੁਣ ਤਾਂ ਇੱਥੇ ਹੋਣਾ ਨਹੀਂ। ਤੁਸੀਂ ਇਹਦਾ ਵਿਰੋਧ ਕੀਤਾ ਸੀ? ਅਸੀਂ ਵਿਰੋਧ ਕੀਤਾ ਸੀ, ਪਰ ਇਹਨਾਂ ਨੂੰ ਵਿਰੋਧ ਦਾ ਕੀ ਮਤਲਬ ਸੀਗਾ, ਕਿਉਂਕਿ ਅਸੀਂ ਕਿਹੜਾ ਇੱਥੇ ਹੋਣਾ ਸੀ ਆਪਣੇ ਤੌਰ ਤੇ। ਅਸੀਂ ਲੰਡਨ ਗਏ ਸੀ, ਇਹਨਾਂ ਨੇ ਉਹੀ 5 ਟਰਸਟੀ ਮੁੜ ਕੇ ਫਿਰ 5 ਸਾਲ ਹੀ ਫਿਰ ਰਿਨਿਊ ਕਰ ਦਿੱਤੇ। ਮੈਂ ਲਾਸਟ ਐਪੀਸੋਡ ਤੇ ਆਉਣਾ, ਜਿਹੜਾ ਕਿ ਸੈਪਟੈਂਬਰ 2018 ਦੇ ਵਿੱਚ ਸ਼ਾਮਾਂ ਨੂੰ ਕੁਝ ਬੱਤੇ ਵਾਲੇ ਵੀ ਬੰਦੇ ਸਨ, ਇੱਥੇ ਤੱਕ ਪਤਾ ਲੱਗਾ ਕਈਆਂ ਨੇ ਬੱਤਾ ਵੀ ਪੀਤਾ ਸੀ। ਹੁਣ ਤੁਸੀਂ ਸਮਝ ਜਾਣਾ, ਇਹ ਗੋਰੇ ਨੂੰ ਸੱਦਿਆ ਗਿਆ, ਉਹਦੀ ਅਸੀਂ ਵੀਡੀਓ ਵੀ ਵਿੱਚ ਤੁਹਾਨੂੰ ਦਿਖਾਵਾਂਗੇ। ਉਹੀ ਟਰਸਟੀ, ਤਾਂ ਜਿਹੜੇ ਟਰਸਟੀਆਂ ਨੇ ਮੁੜ ਕੇ ਜਿਹੜੀ ਪਾਵਰ ਹੈ ਉਹਨੂੰ ਮਿਸਯੂਜ਼ ਟਰਸਟੀਆਂ ਨੇ ਕੀਤਾ ਕਿ ਪੁਲਿਸ ਨੂੰ ਸੱਦਿਆ ਕਿ ਇਹ ਜਿਹੜੀ ਪ੍ਰਾਪਰਟੀ ਇਹ ਸਾਡੇ ਨਾਂ 'ਤੇ ਆ, ਮਾਲਕੀਅਤ ਹੱਕ ਆਪਣਾ ਦਿਖਾਇਆ। ਜਿੰਦੇ ਭੰਨੇ ਗਏ। ਜਦੋਂ ਦੂਜੀ ਕਮੇਟੀ ਜਿਹੜੀ ਆ 2014 ਤੋਂ ਜਦੋਂ 2018 ਦੇ ਵਿੱਚ ਜੂਨ 'ਚ ਇਲੈਕਟਿਡ ਕਮੇਟੀ ਹੋ ਜਾਂਦੀ ਆ, ਉਹ ਜਿਹੜੀ ਕਮੇਟੀ ਆ ਉਹਦੇ ਕੋਲੋਂ ਕਾਰਜਕਾਲ ਧੱਕੇ ਨਾ ਖੋਣ ਨੂੰ ਚੈਰਿਟੀ ਕਮਿਸ਼ਨ ਇਨਵੋਲਵ ਹੈ। ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਸਕਦੇ ਆ। ਜਿਹੜੀ ਗੱਲ ਹੈ ਕਿ ਮੈਂ ਜ਼ਰੂਰ ਜਾਣਨਾ ਚਾਹਾਂਗਾ ਅਮਰੀਕ ਸਿੰਘ ਜੀ, ਜਦੋਂ ਜਿੰਦੇ ਭੰਨੇ ਗਏ ਆ, ਤੁਸੀਂ ਪੁਲਿਸ ਵਾਲਿਆਂ ਨਾਲ ਵੀ ਗੱਲ ਕੀਤੀ ਹੋਣੀ ਆ, ਕੀ ਸੀ ਉਸ ਦਿਨ, ਕਿਵੇਂ ਹੋਇਆ? ਤੁਹਾਡੀ ਕਮੇਟੀ ਜਿਹੜੀ ਸੀ, ਚਾਬੀਆਂ ਤੁਹਾਡੇ ਕੋਲ ਸੀ, ਕਿਵੇਂ ਕੀ ਹੋਇਆ ਉਹ ਐਪੀਸੋਡ, ਉਹਦੇ ਬਾਰੇ ਜ਼ਰੂਰ ਦੱਸੋ। ਉਧਰ ਸ਼ਾਮ ਨੂੰ 23 ਸਤੰਬਰ ਸ਼ਾਮ ਨੂੰ 7 ਵਜੇ ਟੈਲੀਫੋਨ ਆਇਆ ਮੈਨੂੰ ਇੱਕ ਸਿੰਘ ਦਾ ਗੁਰਦੁਆਰਿਓਂ ਵੀ ਤੁਸੀਂ ਘਰ ਬੈਠੇ ਇੱਥੇ ਜਿੱਦੇ ਭੰਨ ਹੋ ਰਹੇ ਆ। ਤੇ ਅਸੀਂ ਉਸੇ ਵੇਲੇ ਜਿੰਨੇ ਕੁ ਬੰਦੇ ਨੂੰ ਕੰਟੈਕਟ ਕਰ ਸਕੇ ਆ ਗਏ। ਜਦੋਂ ਆਏ ਤਾਂ ਪੁਲਿਸ ਨੂੰ ਮੈਂ ਘਰੋਂ ਟੈਲੀਫੋਨ ਕਰਤਾ ਸੀ ਵੀ ਮੌਜੂਦਾ ਜਿਹੜਾ ਮੁੱਖ ਸੇਵਾ ਦਾ ਦਾਸ ਵਾ ਤੇ ਉੱਥੇ ਕੁਛ ਬੰਦੇ ਗੁਰਦੁਆਰੇ ਦੇ ਜਿੰਦੇ ਭੰਨ ਕੇ ਕਬਜ਼ਾ ਕਰ ਰਹੇ ਆ। ਜਦੋਂ ਜਿੰਦੇ ਭੰਨੇ ਗਏ ਉਦੋਂ ਸਰਦਾਰ ਅਮਰੀਕ ਸਿੰਘ ਸੰਧੂ ਮੁੱਖ ਸੇਵਾਦਾਰ ਜਾਣੀ ਕਿ ਪ੍ਰਧਾਨ ਸਨ। ਹੁਣ ਤੁਸੀਂ ਇਹ ਹਿਸਾਬ ਲਾ ਲਓ, ਪ੍ਰਧਾਨ ਘਰੇ ਬੈਠਾ ਹੈ, ਟਰਸਟੀ ਹਰਜਾਪ ਸਿੰਘ ਟਰਸਟੀ ਵੀ ਨਹੀਂ, ਇਹ ਲੀਡ ਕਰ ਰਿਹਾ ਉਸ ਗਰੁੱਪ ਨੂੰ। ਮੈਂ ਇਹ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਹੈ, ਕਿਤੇ ਕੋਈ ਸਮਾਂ ਲੱਗੇ ਤੇ ਥੋੜ੍ਹੀ ਆਪਣੇ ਆਪ ਥੋੜ੍ਹੀ ਸਰਚ ਕਰਿਓ। ਮੈਂ ਤੁਹਾਡੇ ਤੇ ਛੱਡ ਦਿੰਦਾ ਕਿ ਤੁਸੀਂ ਆਪ ਆਣ ਕੇ ਪਤਾ ਕਰਿਓ ਅਸਲ 'ਚ ਇਹਦੀ ਹਿਸਟਰੀ ਕੀ। ਅੱਛਾ ਜੀ, ਜਦੋਂ ਤੁਹਾਨੂੰ ਪਤਾ ਲੱਗਿਆ ਤੇ ਉੱਥੇ ਫਿਰ ਤੁਸੀਂ ਪਹੁੰਚੇ?
ਅਸੀਂ ਜਿੰਨੇ ਕੁ ਬੰਦਿਆਂ ਨੂੰ ਟੈਲੀਫੋਨ ਕਰ ਸਕੇ ਜਿਹੜੇ ਮੌਜੂਦਾ ਕਮੇਟੀ ਦੇ ਜਾਂ ਪਹਿਲਾਂ ਸਾਡੇ ਨਾਲ ਸਹਿਮਤ ਸੀਗੇ ਉਹ ਸਾਰੇ ਤਕਰੀਬਨ ਆ ਗਏ। ਆ ਕੇ ਪੁਲਿਸ ਸਾਡੇ ਤੋਂ ਪਹਿਲਾਂ ਆਈ ਹੋਈ ਸੀ ਤੇ ਇਹਨਾਂ ਦੇ ਆਪਣੇ ਹੀ ਪ੍ਰਧਾਨ ਜਿਹੜਾ ਹੁਣ ਜਿਹਨੂੰ ਇਹ ਪ੍ਰਧਾਨ ਕਹਿੰਦੇ ਸੁਖਦੇਵ ਸਿੰਘ ਸੋਤਾ, ਉਹਦੇ ਨਾਲ ਬਾਅਦ ਵਿੱਚ ਮੇਰੀ ਗੱਲ ਹੋਈ ਤਾਂ ਉਹ ਕਹਿੰਦਾ ਜਦੋਂ ਤੁਹਾਡੇ ਆਉਣ ਤੋਂ ਪਹਿਲਾਂ ਪੁਲਿਸ ਦਾ ਐਟੀਟਿਊਡ ਹੋਰ ਸੀ, ਜਦੋਂ ਤੁਸੀਂ ਆ ਗਏ ਤਾਂ ਪੁਲਿਸ ਦਾ ਐਟੀਟਿਊਡ ਬਦਲ ਗਿਆ। ਮੈਂ ਕਿਹਾ ਉਹ ਕਾਹਤੇ? ਕਹਿੰਦਾ ਮੈਨੂੰ ਪਤਾ ਨਹੀਂ। ਜਦੋਂ ਅਸੀਂ ਆਏ ਆ ਕੇ ਪੁਲਿਸ ਵਾਲਿਆਂ ਨੂੰ ਮੈਂ ਕਿਹਾ ਵੀ ਇਹਨਾਂ ਨੇ ਇਲੀਗਲੀ ਗੁਰਦੁਆਰੇ 'ਤੇ ਕੰਟਰੋਲ ਕੀਤਾ, ਜਿੰਦੇ ਭੰਨੇ, ਸੇਫ ਦਾ ਜਿੰਦਾ ਭੰਨਿਆ, ਦਫ਼ਤਰ ਦਾ ਭੰਨਿਆ ਤੇ ਬਾਕੀ ਹੋਰ ਜਿਹੜਾ ਮੀਟਿੰਗ ਰੂਮ ਦਾ ਜਿੰਦਾ ਭੰਨ ਕੇ ਦੂਜਾ CCTV ਦੇ ਜਿਹੜਾ ਪਾਸਵਰਡ ਚੇਂਜ ਕੀਤਾ, IT ਦਾ ਪਾਸਵਰਡ ਚੇਂਜ ਕੀਤਾ। ਤੇ ਉਹ ਕਹਿੰਦੇ ਵੀ ਇਹਨਾਂ ਨੇ ਫਿਰ ਜੇ ਇੱਕ ਟਰੱਸਟੀ ਨਾਲ ਹਰਜਾਬ ਸਿੰਘ ਦੇ ਸੀਗਾ, ਉਹ ਕਹਿੰਦਾ ਜੀ ਸਾਡੀ ਉਹਨੇ ਡੀਡ ਦੀ ਕਾਪੀ ਦਿਖਾ ਲਈ ਜਿਹੜੀ ਕਿ ਹੁਣ ਵੀ ਮੇਰੇ ਕੋਲ ਵੀ ਉਹ ਕਾਪੀ ਹੈਗੀ ਆ। ਉਹ ਕਹਿੰਦਾ ਜੀ ਸਾਡੀ ਇਹ ਪ੍ਰਾਈਵੇਟ ਪ੍ਰਾਪਰਟੀ ਆ ਤੇ ਅਸੀਂ ਅਸੀਂ ਕਰ ਸਕਦੇ ਹਾਂ। ਕੋਈ ਵੀ ਸੇਵਾਦਾਰ ਜਦੋਂ ਮੈਜੋਰਟੀ ਚਾਹੁੰਦੇ ਨੇ, ਮੈਂ ਤਾਂ ਗੁਰੂ ਦੇ ਸੇਵਾਦਾਰ ਕਹਾਂਗਾ ਵਜ਼ੀਰ, ਉਹਨਾਂ ਦੀ ਡਿਊਟੀ ਬਣਦੀ ਆ ਵੀ ਸੰਗਤਾਂ ਦਾ ਦਸਬੰਧ ਦਿੱਤਾ ਹੋਇਆ ਉਹਨੂੰ ਚੰਗੇ ਥਾਂ ਲਾਉਣਾ। ਬਾਕੀ ਜੇ ਮੈਂ ਗੱਲ ਕਹਿ ਦੇਵਾਂ, ਜਿਵੇਂ ਅਸੀਂ ਬੜੀ ਹੈਂਕੜ 'ਚ ਕਹਿੰਦੇ ਕਿ ਗੁਰੂ ਘਰ ਦੀਆਂ ਅਸੀਂ ਪ੍ਰਾਪਰਟੀਆਂ ਬਣਾਈਆਂ, ਅਸੀਂ ਤੇ ਆਪਣਾ ਘਰ ਨਹੀਂ ਬਣਾ ਸਕਦੇ। ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਸਾਡੇ ਘਰਾਂ 'ਚ ਦੀਵੇ ਜਗਦੇ ਨੇ। ਉਸ ਗੱਲ ਨੂੰ ਉਸ ਦਿਨ ਰਾਤ ਨੂੰ ਤੁਸੀਂ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਪੁਲਿਸ ਸਰਜਨ ਜਿਹੜਾ ਡਿਊਟੀ ਸਰਜਨ ਸੀਗਾ ਉਹ ਕਹਿੰਦਾ ਵੀ ਇਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਆ, ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ। ਜੇ ਪ੍ਰਾਈਵੇਟ ਪ੍ਰਾਪਰਟੀ ਨਾ ਹੁੰਦੀ ਫਿਰ ਅਸੀਂ ਇਹਨਾਂ ਨੂੰ ਚਾਰਜ ਕਰ ਸਕਦੇ ਸੀ ਕਿਉਂਕਿ ਇਹਨਾਂ ਦੇ ਜਿੰਦੇ ਭੰਨੇ ਆ। ਪਰ ਹੁਣ ਪ੍ਰਾਈਵੇਟ ਪ੍ਰਾਪਰਟੀ ਤੁਸੀਂ ਜਿਹੜਾ ਸਿਵਲ ਕੋਰਟ 'ਚ ਜਾ ਸਕਦੇ ਆ ਵੀ ਕ੍ਰਿਮੀਨਲ ਕੇਸ ਅਸੀਂ ਨਹੀਂ ਇਹਨਾਂ 'ਤੇ ਬਣਾ ਸਕਦੇ ਕਿਉਂਕਿ ਇਹਨਾਂ ਦੀ ਪ੍ਰਾਪਰਟੀ ਆ ਇਹ। ਅਤੇ ਇਹਨਾਂ ਨੇ 2004 'ਚ ਟਰੱਸਟੀ ਬਣਾਏ ਸੀ ਤੇ 2008 ਦੇ ਵਿੱਚ ਸਾਰੀਆਂ ਪ੍ਰਾਪਰਟੀਆਂ ਇਹਨਾਂ ਦੇ ਨਾਂ ਟਰਾਂਸਫਰ ਕੀਤੀਆਂ ਇਹਨਾਂ ਦੇ ਨਾਂ 'ਤੇ। ਇਹ ਹਾਲੇ ਵੀ ਤੱਕ ਵੀ ਪਤਾ ਨਹੀਂ ਲੱਗਣਾ ਵੀ ਪ੍ਰਾਪਰਟੀਆਂ ਇਹਨਾਂ ਦੇ ਨਾਂ 'ਤੇ ਪ੍ਰਾਈਵੇਟ ਟਰਾਂਸਫਰ ਕੀਤੀਆਂ ਜੇ ਜਿੰਦੇ ਨਾ ਭੰਨਦੇ ਤਾਂ ਨਾ। ਜਿੰਦੇ ਭੰਨੇ ਉਹਨਾਂ ਤੋਂ ਬਾਅਦ ਤੁਸੀਂ ਫਿਰ ਇਹਨੂੰ ਸਰਚ ਕਰਨਾ ਸ਼ੁਰੂ ਕੀਤਾ, ਫਿਰ ਤੁਹਾਨੂੰ ਪਤਾ ਲੱਗਿਆ ਤੇ ਮੌਜੂਦਾ ਸਥਿਤੀ ਕੀ ਹੈ ਹੁਣ ਇਹਦੇ ਬਾਰੇ ਵੀ ਜ਼ਰੂਰ ਦੱਸੋ। ਅਸੀਂ ਆਪਣੇ ਫਿਰ ਵਕੀਲ ਕੋਲ ਗਏ, ਵਕੀਲ ਨੂੰ ਅਸੀਂ ਕਿਹਾ ਵੀ ਸਿਰਫ ਇੱਕ ਲੀਡ ਦੇਖੀ ਕਾਪੀ ਜਿਹੜੀ ਗੁਰਦੁਆਰਾ ਨਾਨਕਸਰ ਦੀ, ਬਾਕੀ ਘਰਾਂ ਦੇ ਵੀ ਉਹਨਾਂ ਨੂੰ ਅਰੈਸਟ ਦਿੱਤੇ। ਉਹਨੂੰ ਕਿਹਾ ਵੀ ਸਰਚ ਕਰਕੇ ਲੈਂਡ ਰਜਿਸਟਰੀ ਤੋਂ ਪਤਾ ਕਰ ਵੀ ਬਾਕੀ ਪ੍ਰਾਪਰਟੀਆਂ ਕਿਹਦੇ ਨਾਲ, ਬਾਕੀ ਪ੍ਰਾਪਰਟੀਆਂ ਵੀ ਉਹਨਾਂ ਦੇ ਨਾਂ ਸੀਗੀਆਂ ਤੇ ਗੁਰਦੁਆਰਾ ਨਾਨਕਸਰ ਵੀ ਪ੍ਰਾਈਵੇਟ ਪ੍ਰਾਪਰਟੀ ਸੀਗੀ। ਤੇ ਹੁਣ ਸਾਡਾ ਅਸੀਂ ਉਦੋਂ ਦੀ ਕੋਸ਼ਿਸ਼ 2 ਸਾਲ ਹੋ ਗਏ ਸਾਨੂੰ ਕਰਦਿਆਂ ਨੂੰ ਵੀ ਬਹਿ ਕੇ ਇਹਦਾ ਹੱਲ ਕੋਈ ਲੱਭ ਸਕੀਏ, ਪਰ ਇਹ ਬੰਦਾ ਬਿਲਕੁਲ ਬਹਿ ਕੇ ਹੱਲ ਲੱਭਣ ਨੂੰ ਤਾਂ ਨਹੀਂ ਕਿਉਂਕਿ ਉਹ ਆਪਣੀ ਡਿਕਟੇਟਰਸ਼ਿਪ ਦੇ ਹਿਸਾਬ ਨਾਲ ਤੇ ਉਹ ਕੰਮ ਕਰ ਰਿਹਾ। ਤੇ ਉਹ ਕਹੀ ਜਾਂਦਾ ਜੀ ਜਿਹੜੀ ਸਾਡੀ ਕਮੇਟੀ ਆ ਉਹ ਲੀਗਲ ਕਮੇਟੀ ਆ, ਅਸੀਂ ਇਲੈਕਸ਼ਨ ਕਰਾਈ ਆ। ਹਾਲਾਂਕਿ ਚੈਰਿਟੀ ਕਮਿਸ਼ਨ ਨੇ 3 ਵਾਰੀ ਉਹਨਾਂ ਨੂੰ ਚਿੱਠੀ ਪਾਈ ਵੀ ਤੁਸੀਂ ਲੀਗਲ ਕੁਛ ਨਹੀਂ ਕਰ ਸਕਦੇ। ਪ੍ਰਾਇਲਸ ਜਿਹੜੀ ਇੱਕ ਬੋਡੀ ਆ ਇਲੈਕਸ਼ਨਾਂ ਕਰਾਉਂਦੀ ਆ, ਉਹਨਾਂ ਕੋਲ ਇਹ ਗਏ ਸੀ ਸਾਡੀ ਇਲੈਕਸ਼ਨ ਕਰਦੇ, ਉਹਨਾਂ ਨੇ ਵੀ ਇਹਨਾਂ ਨੂੰ ਜਵਾਬ ਦਿੱਤਾ ਵੀ ਤੁਹਾਡੇ ਵਿਧਾਨ ਅਨੁਸਾਰ ਤੁਸੀਂ ਇਲੈਕਸ਼ਨ ਨਹੀਂ ਕਰਾ ਸਕਦੇ। ਪਰ ਇਹ ਕਹੀ ਜਾਂਦਾ ਜੀ ਅਸੀਂ ਇਲੈਕਸ਼ਨ ਕਰਾਈ ਆ। ਤਕਰੀਬਨ 1100 ਮੈਂਬਰ ਆ, 200 ਮੈਂਬਰ ਦੀਆਂ ਆਪਣੀਆਂ ਵੋਟਾਂ ਪਾ ਕੇ ਕਮੇਟੀ ਆਪਣੇ ਆਪ ਨੂੰ ਅਨਾਉਂਸ ਕਰੀ ਜਾਂਦੇ। ਦੇਖੋ ਗੱਲ ਜਿਹੜੀ ਮੈਂ ਹੁਣ ਇੱਥੇ ਕਰਨੀ ਚਾਹਾਂਗਾ ਕਿ ਹੁਣ ਜਿਹੜੀ ਸਾਨੂੰ ਪਤਾ ਲੱਗਿਆ ਹੈ ਵੀ ਜੇ ਮੈਂ ਅੱਗੇ ਵੀ ਗੱਲ ਕਹੀ ਜਿਹੜਾ ਪ੍ਰਬੰਧ ਹੁੰਦਾ ਉਹਦੀ ਡਿਊਟੀ ਬਣਦੀ ਆ। ਜੇ ਕਾਰ ਪਾਰਕ ਉਸ ਵੇਲੇ ਦਾ ਜਿਹੜਾ ਮੁੱਖ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀ ਸੀ, ਪ੍ਰਬੰਧਕ ਕਮੇਟੀ, ਜੇ ਕਿਤੇ ਕਾਰ ਪਾਰਕ ਨਾ ਲੈਂਦੀ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇੱਕੋ ਇੱਕ ਆਪਸ਼ਨ ਸੀ ਗੁਰਦੁਆਰਾ ਦੇ ਕੋਲ, ਇੱਕੋ ਇਹ ਜਗ੍ਹਾ ਸੀਗੀ ਜਿਹੜੀ ਜੇ ਕਿਤੇ ਕਾਰ ਪਾਰਕ ਤੋਂ ਖੁੰਝ ਜਾਂਦੇ ਨਾ ਇੱਥੇ ਮੁੜ ਕੇ ਜਗ੍ਹਾ ਨਹੀਂ ਸੀ ਲਾਗੇ ਛਾਗੇ ਕੋਈ ਇੱਦਾਂ ਦੀ ਵਧੀਆ ਜਿਹੜੀ ਕਿ ਕਾਰ ਪਾਰਕ ਮਿਲ ਸਕਦੀ ਸੀ। ਸਰਦਾਰ ਸੰਧੂ ਸਾਹਿਬ, ਜੇ ਮੈਂ ਤੁਹਾਡੇ ਕੋਲ ਲਾਸਟ ਵਿੱਚ ਪੁੱਛਿਆ ਕਿ ਅੱਜ ਹਾਲਾਤ ਜਿਹੜੇ ਨੇ ਇੱਕ ਬਦਨਾਮ ਕੀਤਾ ਜਾ ਰਿਹਾ ਬਈ ਜਿਹੜੇ ਗੁਰਦੁਆਰਾ ਸਾਹਿਬ ਦੀ ਜਿਹੜੇ ਪੈਸੇ ਸੀਗੇ ਮਿਸਯੂਜ਼ ਕੀਤੇ ਨੇ, ਤੁਹਾਡੇ ਜਿਹੜੇ ਕਿ ਜਦੋਂ ਤੁਸੀਂ ਪ੍ਰਬੰਧ ਸੀਗੇ ਸ਼ਬਦ ਠੱਗ ਵੀ ਵਰਤਿਆ ਗਿਆ, ਇੱਦਾਂ ਦੇ ਵੀ ਚੋਰ ਚੱਕੇ ਵੀ ਵਰਤਿਆ ਗਿਆ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਆਪਾਂ ਬੜੀ ਵਧੀਆ ਵਿਸਤਾਰ ਨਾਲ ਗੱਲ ਕੀਤੀ ਆ, ਕੋਈ ਐਸਾ ਸ਼ਬਦ ਮੇਰੇ ਹਿਸਾਬ ਨਾਲ ਤੁਸੀਂ ਵਰਤਿਆ ਨਹੀਂ। ਮੈਂ ਸਿਰਫ ਇਹੀ ਕਹਿਣ ਨੂੰ ਤਿਆਰ ਹਾਂ ਵੀ ਜਿੰਨਾ ਚਿਰ ਜਿਹੜੀ ਦਾਸ ਸੇਵਾ 'ਚ ਰਿਹਾ ਜਾਂ 1995 ਤੋਂ ਪਹਿਲਾਂ ਹੀ ਸੇਵਾ 'ਚ ਰਹੇ ਆ, ਉਦੋਂ ਵੀ ਇਹਨਾਂ ਨੇ ਇਨਕੁਆਇਰੀ ਕਰਾਈ ਸੀਗੀ ਵੀ ਇਹਨਾਂ ਨੇ ਮਿਸਯੂਜ਼ ਕੀਤਾ, ਉਦੋਂ ਵੀ ਕੁਛ ਨਹੀਂ ਸੀ ਮਿਲਿਆ। ਫਿਰ ਉਹ ਕਲੀਅਰ ਹੋ ਗਿਆ ਸੀ। ਉਦੋਂ ਬਾਅਦ ਜਸਵੀਰ ਸਿੰਘ ਬੰਡੇਰ ਤੇ ਤਰਲੋਕ ਸਿੰਘ ਗਿੱਲ ਦੀ ਜਿਹੜੀ ਕਮੇਟੀ ਰਹੀ ਆ, ਇਹਨਾਂ ਨੇ ਵੀ ਜਿੰਨੇ ਕੰਮ ਕੀਤੇ ਉਹਨਾਂ ਕੰਮਾਂ ਦੇ ਵਿੱਚੋਂ ਇੱਕ ਪੈਸੇ ਦਾ ਵੀ ਸਾਬਤ ਕਰ ਦੇਣ ਵੀ 1 ਪੈਸੇ ਦਾ ਵੀ ਫਰਕ ਪਿਆ ਤਾਂ ਦਾਸ ਜ਼ਿੰਮੇਵਾਰ ਆ, ਜਸਵੀਰ ਸਿੰਘ ਬੰਡੇਰ ਜ਼ਿੰਮੇਵਾਰ ਆ, ਤਰਲੋਕ ਸਿੰਘ ਗਿੱਲ ਜ਼ਿੰਮੇਵਾਰ ਆ। ਅਸੀਂ ਇਹਨਾਂ ਦੇ ਚਰਨਾਂ ਵਿੱਚ ਉਨੇ ਪੈਸੇ ਰੱਖ ਦੇਵਾਂਗੇ। ਪਰ ਜਿਹੜੇ ਇਹਨਾਂ ਨੂੰ ਬਿਲਕੁਲ ਚੈਲੰਜ ਕਰਦਾ, ਰਿਟਨ ਚੈਲੰਜ ਇਹਨਾਂ ਨੂੰ ਵੀ ਕਰਾਉਣਾ, ਰਿਟਨ ਵੀ ਕਰ ਦਿੰਦੇ ਆ। ਪਰ ਜੇ ਜਵਾਨੀ ਇਹ ਮਨਜ਼ੂਰ ਆ, ਇਸ ਚੀਜ਼ ਨਾਲ ਬਹਿ ਕੇ ਡਿਬੇਟ ਕਰ ਲਵੇ, ਸਾਬਤ ਕਰ ਦੇਵੇ 1 ਪੈਸੇ ਦਾ ਵੀ ਫਰਕ ਹੋਵੇ ਕਿਤੇ ਵੀ, ਤਾਂ ਅਸੀਂ ਉਹਦੇ ਜ਼ਿੰਮੇਵਾਰ ਹਾਂ।
ਪਰ ਜਿਹੜਾ ਇਹਨੇ 80,000 ਪਾਉਂਡ ਬੇਸ ਕੀਤਾ ਗੁਰਦੁਆਰੇ ਦਾ, ਜਿਹਦਾ ਕਿ ਅਪਰੂਵ ਵੀ ਹੈਗਾ, ਇੱਕੋ ਜਿਹਦੀ ਆਪਣੀ ਸਟੇਟਮੈਂਟ ਆ, ਉਹਦੀ ਇਹ ਜ਼ਿੰਮੇਵਾਰੀ ਲੈਂਦਾ ਜਾਂ ਨਹੀਂ ਲੈਂਦਾ, ਜਾਂ ਇਹ ਗੁਰਦੁਆਰੇ ਨੂੰ ਦਿੰਦਾ, ਦੇਣ ਨੂੰ ਤਿਆਰ ਆ ਜਾਂ ਨਹੀਂ ਦੇਣ ਨੂੰ ਤਿਆਰ। ਜਿਹੜਾ ਹੁਣ ਇੰਟਰਸਟ ਦੇ ਅੱਧੇ ਇੰਟਰਸਟ ਦੀ ਗੱਲ ਕਰਦੇ ਆ ਵੀ ਉਦੋਂ ਅੱਧੇ ਇੰਟਰਸਟ ਅਸੀਂ ਹੁਣ ਲੋਨ ਲਿਆ, ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਜਸਵੀਰ ਸਿੰਘ ਮੰਡੇਰ ਉਹਨਾਂ ਨੇ ਅਰੇਂਜ ਕੀਤਾ ਇਹ ਲੋਨ, ਜਾਂ ਤਰਲੋਕ ਸਿੰਘ ਗਿੱਲ ਨੇ, ਜਿਹੜਾ ਬੇਸ ਰੇਟ ਉਦੋਂ ਸੀਗਾ ਉਹ ਤੇ 2% ਸੀ ਇਹ ਚਾਰਜ ਕਰਦੀ ਬੈਂਕ, ਕਮਰਸ਼ੀਅਲ ਸੀ ਅਤੇ 2% ਚਾਰਜ ਕਰਦੀ ਸੀ। ਦੂਜੀ ਗੱਲ, ਕੋਈ ਵੀ ਬੈਂਕ ਲੈਣ ਤੇ ਲੋਨ ਨਹੀਂ ਦਿੰਦੀ, ਪਰ ਇਸ ਬੈਂਕ ਤੋਂ ਇਹਨਾਂ ਮੈਟਰੋ ਬੈਂਕ ਨੇ ਸਾਨੂੰ ਉਹ ਤੇ ਲੋਨ ਦਿੱਤਾ ਸੀ ਲੈਣ ਤੇ ਸਿਰਫ। ਤੇ ਨਾਲ ਹੁਣ ਜਿਹੜਾ ਬੇਸ ਰੇਟ ਉਹ 1/4% ਆ, ਜੇ ਇਹਨਾਂ ਨੂੰ ਸਸਤਾ ਵੀ ਮਿਲ ਗਿਆ ਤੇ ਇਹਦੇ ਵਿੱਚ ਕਿਹੜੀ ਖੂਬੀ ਵਾਲੀ ਗੱਲ ਆ। ਨਾਲੇ ਇਹ ਪ੍ਰਾਪਰਟੀ ਤੇ ਰੈਜ਼ੀਡੈਂਸ਼ੀਅਲ ਤੇ ਇਹਨਾਂ ਨੇ ਲੋਨ ਲੈ ਕੇ ਪੈਸੇ ਪੇ ਕੀਤੇ ਆ ਕਿ ਗੁਰੂ ਘਰ ਦੇ ਕੋਲ ਕਾਫੀ ਪ੍ਰਾਪਰਟੀ ਹੈ। ਗੁੰਮਰਾਹ ਕਰਨਾ ਹੋਵੇ ਸ਼ਬਦਾਂ ਦੀ ਤੇਰ ਫੇਰ, ਸ਼ਬਦਾਂ ਦੀ ਬਦਲ, ਮੇਰੇ ਹਿਸਾਬ ਨਾਲ ਇਹ ਕੋਈ ਵੀ ਕਰ ਸਕਦਾ ਹੈ। ਪਰ ਮੈਂ ਜ਼ਰੂਰ ਕਹਿਣਾ ਕਿ ਜਦੋਂ ਗੁਰਦੁਆਰਾ ਸਾਹਿਬ ਦੀ ਗੱਲ ਹੋਵੇ, ਉਸ ਗੁਰੂ ਦੇ ਘਰ ਦੀ ਗੱਲ ਹੋਵੇ, ਤੇ ਸਾਨੂੰ ਸੰਕੋਚ ਕੇ ਗੱਲ ਕਰਨੀ ਚਾਹੀਦੀ ਹੈ। ਤੇ ਨਾਲ ਮੈਂ ਇੱਕ ਗੱਲ ਹੋਰ ਵੀ ਕਹਿ ਦੇਵਾਂ, ਜਿਹੜੀ ਕਮੇਟੀ ਇਹਨਾਂ ਨੇ ਹੁਣ ਬਣਾਈ ਹੈ, ਜਿਹੜੀ ਕਿ ਟਰਸਟੀਆਂ ਦੀ ਪਾਵਰ ਨੂੰ ਮਿਸਯੂਜ਼ ਕਰਕੇ ਇੱਕ ਗਰੁੱਪ ਦੀਆਂ ਹੀ ਪਰਚੀਆਂ ਉਹਨੀ ਨੋਮੀਨੇਸ਼ਨ ਕੀਤੀਆਂ ਸੀਗੀਆਂ, ਭਰੀਆਂ ਸੀ, ਤੇ ਫਿਰ ਤਾਂ ਉੱਥੇ ਇਲੈਕਸ਼ਨ ਦੀ ਲੋੜ ਹੀ ਨਹੀਂ ਸੀ। ਜਦ ਗਰੁੱਪ ਹੀ ਤੁਹਾਡਾ, ਟਰਸਟੀ ਤੁਹਾਡੇ ਨੇ, ਚਾਬੀਆਂ ਤੁਸੀਂ ਜਿੰਦਾ ਭੰਨ ਕੇ ਕਬਜ਼ਾ ਕਰ ਲਿਆ, ਫਿਰ ਤਾਂ ਮੇਰੇ ਹਿਸਾਬ ਨਾਲ ਡਰਾਮਾ ਕਰਨ ਦੀ ਜ਼ਰੂਰਤ ਨਹੀਂ ਸੀ। ਵੀਡੀਓ ਉਹਨਾਂ ਨੇ ਹਰਜਾਪ ਸਿੰਘ ਨੇ ਪਾਈ ਆ, ਤੇ ਮੇਰੇ ਹਿਸਾਬ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀਆਂ ਸੰਗਤਾਂ ਵੀ ਨੇ, ਇਹਨਾਂ ਵੀ ਕਈ ਵਾਰ ਅਸੀਂ ਗਰੁੱਪਾਂ 'ਚ ਵੰਡੇ ਹੋਏ ਹਾਂ, ਅਸੀਂ ਅਸਲੀ ਗੁਰੂ ਦਾ ਮੈਸੇਜ ਜਿਹੜਾ ਉਹਦੇ ਤੋਂ ਮੁਨਕਰ ਹੋ ਜਾਂਦੇ, ਤੇ ਆਪੋ ਆਪਣੀ ਮਰਜ਼ੀ ਜਿਹੜੀ ਕਿ ਜਿਹਦੇ ਨਾਲ ਵੱਜੇ ਉਹਦੀ ਗੱਲ ਕਰਨ ਲੱਗ ਪੈਂਦੇ ਆਪਾਂ। ਦਾਸ ਸਾਊਥਹੈਂਪਟਨ ਵਿੱਚ ਤਕਰੀਬਨ 1963 ਤੋਂ ਰਹਿ ਰਿਹਾ। ਮੈਂ ਜਦੋਂ ਦਾ ਇਹ ਗੁਰਦੁਆਰਾ ਖੁੱਲ੍ਹਿਆ ਉਦੋਂ ਦਾ ਇਸੇ ਗੁਰਦੁਆਰੇ ਜਾਂਦੇ, ਜਿੰਨਾ ਵੀ ਹੋ ਸਕੇ ਇੱਥੇ ਸੇਵਾ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਇਸ ਗੁਰਦੁਆਰੇ ਦਾ ਵਾਤਾਵਰਨ ਕੁਛ ਇਹੋ ਜਿਹਾ ਬਣਿਆ ਵੀ ਇੱਥੇ 2 ਗਰੁੱਪ ਪਹਿਲਾਂ ਤੋਂ ਰਹੇ ਆ, ਤੇ ਉਹਨਾਂ ਨੂੰ ਪਤਾ ਵੀ ਹੈ ਵੀ ਝੂਠ ਬੋਲ ਰਿਹਾ, ਪਰ ਉਹਦੇ ਖਿਲਾਫ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ 'ਚ ਪਾਇਆ, ਇੱਕ ਵੀ ਲਫ਼ਜ਼ ਕਹਿਣ ਨੂੰ ਤਿਆਰ ਨਹੀਂ। ਫਿਰ ਜਿਹੜੀ ਦੂਜੇ ਜਿੰਦੇ ਭੰਨਣ ਦੀ ਗੱਲ ਵਾ, ਉਦੋਂ ਬਾਅਦ ਇਹ ਹੋਰ ਕੁਛ ਵੀ ਕਹੀ ਜਾਂਦੇ ਜੀ ਉਹ ਕਬਜ਼ਾ ਸਾਨੂੰ ਲੈਣਾ ਪੈਣਾ ਸੀ। ਪਰ ਜਦੋਂ ਕਮੇਟੀ ਅਨਾਉਂਸ ਹੋਈ ਆ ਜੂਨ ਵਿੱਚ 18 ਵਿੱਚ, ਉਦੋਂ ਹੀ ਇਹਨੇ ਆਪਣੇ ਭਰਾ ਨੂੰ ਕਹਿ ਕੇ ਬੈਂਕ ਦੇ ਜਿਹੜੇ ਸੀਗੇ ਅਕਾਊਂਟ ਉਹ ਫਰੀਜ਼ ਕਰਾਤੇ। ਮੁੜ ਕੇ ਕਿੰਨਾ 2 ਸਾਲ ਹੋ ਗਏ ਇਹਨੂੰ ਪ੍ਰਚਾਰ ਕਰਦੇ ਨੂੰ ਜੀ ਅਸੀਂ ਉਹ ਅਕਾਊਂਟ ਫਰੀਜ਼ ਕਰਾਇਆ, ਹਾਲਾਂਕਿ ਅਕਾਊਂਟ ਇਹਨਾਂ ਨੇ ਫਰੀਜ਼ ਕਰਾਇਆ ਸੀ। ਅਸੀਂ ਸਿਰ ਬੈਂਕ ਨੂੰ ਇਹ ਕਿਹਾ ਵੀ ਜਿੱਦਾਂ ਹੁਣ ਅਕਾਊਂਟ ਹੈਗੀ ਉੱਦਾਂ ਰਹਿਣ ਦਿਓ, ਜਦੋਂ ਕੋਈ ਫੈਸਲਾ ਹੋ ਜਾਊਗਾ ਉਦੋਂ ਖੋਲ੍ਹ ਦਿਓ। ਸੋ ਇਹ ਗੱਲ ਹੱਲੇ ਇੱਥੇ ਸਮਾਪਤ ਨਹੀਂ, ਤੇ ਜ਼ਰੂਰ ਕੋਸ਼ਿਸ਼ ਕਰਾਂਗੇ। ਇਹ ਗੱਲ ਜ਼ਰੂਰ ਹੈ, ਸਰਦਾਰ ਹਰਜਾਪ ਸਿੰਘ ਜੀ ਨੂੰ ਸੰਧੂ ਸਾਹਿਬ, ਅਮਰੀਕ ਸਿੰਘ ਸੰਧੂ ਕਹਿੰਦੇ ਨੇ, ਜਗ੍ਹਾ ਤੇਰੀ, ਟਾਈਮ ਤੇਰਾ, ਤੇ ਖੁੱਲ੍ਹੀ ਡਿਬੇਟ ਕਿਸੇ ਮੀਡੀਏ 'ਤੇ ਕਰਨੀ ਹੋਵੇ, ਕਿਸੇ ਤੁਸੀਂ ਸੰਗਤ ਵਿੱਚ ਕਰਨੀ ਹੋਵੇ, ਸਬੂਤਾਂ ਦੇ ਆਧਾਰ 'ਤੇ ਅਮਰੀਕ ਸਿੰਘ ਸੰਧੂ ਦਾ ਗਰੁੱਪ ਕਰਨ ਨੂੰ ਤਿਆਰ ਹੈ। ਤੇ ਪਰ ਕਈ ਵਾਰ ਪਰਸਨਲ ਈਰਖਾ ਜਿਹੜੀ ਹੈ, ਗੁਰੂ ਘਰਾਂ ਦੇ ਵਿੱਚ ਗੁੰਮਰਾਹ ਨਹੀਂ ਕਰਨਾ ਚਾਹੀਦਾ। 1,71,000 ਦਾ ਇੱਕ ਡਾਇਲੋਗ ਤੁਸੀਂ ਬੋਲਿਆ ਸੀ, ਸੰਗਤਾਂ ਹੀ ਦਸਵੰਧ ਦਿੰਦੀਆਂ ਨੇ। ਇਹ 1,71,000 ਵਾਲੇ ਬੰਦੇ ਉਸ ਵੇਲੇ ਕਦੋਂ ਕਿੱਥੇ ਸੀ ਕਿ ਜਦੋਂ ਪਾਰਕ ਲਈ 6 ਤੋਂ 7 ਹਫ਼ਤੇ ਹਰੇਕ ਐਤਵਾਰ ਨੂੰ ਪ੍ਰਧਾਨ ਸਾਹਿਬ ਬੇਨਤੀ ਕਰਦੇ ਸਨ ਸੰਗਤਾਂ ਨੂੰ, ਤੇ ਹਰੇਕ ਹਫ਼ਤੇ ਅਪਡੇਟ ਦਿੰਦੇ ਸਨ ਵੀ ਇੰਨਾ ਆਪਾਂ ਸੇਵਾ ਵਾਸਤੇ ਡਿਪੋਜ਼ਿਟ ਤੁਸੀਂ ਤਿਲ ਫੁੱਲ ਦਿਓ, ਤੇ ਕਿਸੇ ਨੇ ਨਹੀਂ ਦਿੱਤਾ। ਤੇ ਅੱਜ ਜੇ ਗੱਲ ਹੈ ਬਿਲਕੁਲ ਗਰੁੱਪਰਿਜ਼ਮ ਦੀ ਗੱਲ ਹੈ ਇਹਦੇ ਵਿੱਚ, ਤੇ ਜਿਹੜੀ ਗੱਲ ਸੰਧੂ ਸਾਹਿਬ ਨੇ ਕਰ ਦਿੱਤੀ ਹੈ ਕਮਰਸ਼ੀਅਲ ਪ੍ਰਾਪਰਟੀ ਦਾ, ਜੋ ਉਸ ਵੇਲੇ ਪ੍ਰਬੰਧ ਨੂੰ ਲੱਗਿਆ, ਜਿਹੜੇ ਪ੍ਰਬੰਧ ਉਹਨਾਂ ਨੇ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਆ। ਇਹਨਾਂ ਨੇ ਉਸ ਵੇਲੇ ਵੀ ਸਟੇਜ ਤੋਂ ਅਨਾਉਂਸਮੈਂਟ ਹੁੰਦੀ ਸੀ ਵੀ ਜੇ ਕਿਸੇ ਦਾ ਕੋਈ ਲਿੰਕ ਹੈ ਤੇ ਕੋਈ ਦੱਸੇ। ਇੱਥੋਂ ਇੱਕ ਇੰਜ ਜਾਪਦਾ ਕਿ ਪਰਸਨਲ ਈਰਖਾ ਲਈ ਜਿਹੜਾ ਉਸ ਵੇਲੇ ਸਾਥ ਨੇ ਦਿੱਤਾ। ਸੰਧੂ ਸਾਹਿਬ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਤਾਂ ਸਿਰਫ ਇੰਨੀ ਕਹਿਣਾ ਚਾਹੁੰਦਾ ਵੀ ਹਰਜਾਪ ਸਿੰਘ ਜਦੋਂ ਮਰਜੀ ਜਿੱਥੇ ਮਰਜੀ ਡਿਬੇਟ ਕਰ ਲਵੇ, ਜਿਹੜਾ ਉਹ ਝੂਠ ਬੋਲਣਾ ਛੱਡ ਦੇਵੇ। ਜਿਹੜੀਆਂ ਗੁਰਬਾਣੀ ਦੀਆਂ ਉਦਾਹਰਨਾਂ ਵੀ ਗੁਰਬਾਣੀ ਦੀਆਂ ਤੁਕਾਂ ਬੋਲ ਕੇ ਉਹਦੇ ਅਰਥ ਕਰਦਾ, ਸਰਾਸਰ ਗਲਤ ਕਰਦਾ, ਉਹ ਬੰਦਾ ਬਿਲਕੁਲ ਗੁਰਬਾਣੀ ਤੋਂ ਉਹਦਾ ਕੋਈ ਯਕੀਨ ਨਹੀਂ, ਸਰਾਸਰ ਝੂਠ ਦੇ ਵੀ ਉੱਤੇ ਚਿੱਟਾ ਝੂਠ ਬੋਲਦਾ ਬਿਲਕੁਲ। ਜੇ ਉਹ ਸਮਝਦਾ ਵੀ ਮੈਂ ਸੱਚ ਬੋਲਦਾ, ਸਾਨੂੰ ਵੀ ਟਾਈਮ ਦੇਵੇ ਤਾਂ ਕਿ ਸੰਗਤ ਨੂੰ ਅਸੀਂ ਸੱਚਾਈ ਦੱਸ ਸਕੀਏ। ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਿਆਨ ਕਰ ਦਿੰਦੇ, ਕਦੇ ਕਹਿੰਦੇ ਜੀ ਇਹਨੇ ਕਾਰਪਾਤ ਦੀ ਗੱਲ ਕੀਤੀ, ਕਦੇ ਕਹਿੰਦੇ ਖਾਲਿਸਤਾਨ ਦੀ ਗੱਲ ਕਰਦੇ ਆ। ਪਤਾ ਨਹੀਂ ਖਾਲਿਸਤਾਨ ਅਸੀਂ ਕਹਿੰਦਾ ਇਕੱਲਿਆਂ ਨੇ ਲੈਣਾ, ਜੇ ਰਹਿਣਾ ਤਾਂ ਉੱਥੇ ਸਾਰਿਆਂ ਨੇ ਆ। ਜੇ ਉਹਦੇ ਕੋਈ ਹੈਗੀ ਆ ਡਿਬੇਟ ਕਰਨ ਦੀ ਹਿੰਮਤ ਜਾਂ ਕਰਨਾ, ਉਹਨੇ ਬੜੀ ਖੁਸ਼ੀ ਨਾਲ ਕਰੇ, ਜਿਹੜੇ ਮਰਜ਼ੀ ਜਿੱਥੇ ਮਰਜ਼ੀ ਕਰੇ। ਅਤੇ ਨਾਲ ਹੀ ਜੇ ਗੁਰਦੁਆਰੇ ਸਟੇਜ 'ਤੇ ਵੀ ਟਾਈਮ ਸਾਨੂੰ ਦੇਣ, ਤਾਂ ਉੱਥੇ ਵੀ ਅਸੀਂ ਸੰਗਤ ਨੂੰ ਦੱਸਾਂਗੇ ਵੀ ਸੱਚਾਈ ਕੀ ਆ ਅਤੇ ਝੂਠ ਕੀ ਆ।
ਇੱਕ ਗੱਲ ਜ਼ਰੂਰ ਇੱਥੇ ਮੈਂ ਕਹਾਂਗਾ ਵੀ ਜਿਹੜੀ 1,71,000 ਦੀ ਉਹਨਾਂ ਨੇ ਗੱਲ ਕੀਤੀ, ਉਧਾਰੇ ਪੈਸੇ ਲੈਣੇ ਸਨ, ਇਹ ਵਾਪਸ ਮੋੜਨੇ ਸਨ। ਤੇ ਦੂਜੀ ਗੱਲ ਮੈਂ ਇਹ ਕਹਿ ਦੇਵਾਂ, 46,000 ਪਾਉਂਡ ਜਿਹੜਾ ਸੰਗਤਾਂ ਨੇ ਜਦੋਂ ਕਾਰ ਪਾਰਕ ਲੈਣੀ ਸੀ, ਉਹਨਾਂ ਨੇ ਗੁਰੂ ਦੇ ਪਿਆਰਿਆਂ ਨੇ ਸੇਵਾ ਕੀਤੀ। 100 ਤੋਂ ਲੈ ਕੇ 2500 ਤੱਕ ਇੱਕ ਗੁਰਸਿੱਖ ਨੇ, ਜਿੰਨਾ ਉਹਦੀ ਬਿੱਤ ਦੇ ਮੁਤਾਬਕ ਹੈ, ਕਿਉਂਕਿ ਗੁਰੂ ਘਰ ਤੋਂ ਹੀ ਆਪਾਂ ਹਮੇਸ਼ਾ ਲੈਂਦੇ ਹਾਂ। ਪਰ ਮੈਂ ਇਹ ਜ਼ਰੂਰ ਕਹਿ ਦੇਵਾਂ, ਗਮਰਾਹ ਨਹੀਂ ਕਰਨਾ ਚਾਹੀਦਾ ਲੋਕਾਂ ਨੂੰ। ਗੁੰਮਰਾਹ ਕਰਨ ਦੇ ਵਿੱਚ ਉਹਦੀ ਵੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਅਸੀਂ ਤੇ ਅਰਦਾਸ ਇਹ ਕਰਦੇ ਹਾਂ, ਸਾਡੇ ਨਾਲੋਂ ਵੱਡੇ ਹੋ ਤੁਸੀਂ, ਪ੍ਰੋਪੇਗੈਂਡਾ ਕਰਨਾ ਬਹੁਤ ਗਲਤ ਹੈ। ਜੇ ਕਰਨਾ ਤੇ ਫਿਰ ਪ੍ਰੂਫ ਦੇ ਆਧਾਰ ਤੇ ਆਪਾਂ ਡਿਬੇਟ ਕਰੀਏ, ਸਾਹਮਣੇ ਬੈਠ ਕੇ। ਖੁੱਲਾ ਚੈਲੰਜ ਸਰਦਾਰ ਅਮਰੀਕ ਸਿੰਘ ਸੰਧੂ ਹੁਣਾਂ ਨੇ ਕਰ ਦਿੱਤਾ। ਭਾਈ ਹਰਜਾਪ ਸਿੰਘ ਜੀ, ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਰਿਐਕਸ਼ਨ ਕੀ ਹੈ। ਐਕੋ ਦੇ ਵਿੱਚ ਜਿਹੜੀ ਫੋਟੋ ਤੁਸੀਂ ਪੋਸਟਰ ਬੜੀ ਵਧੀਆ ਛਪਾਈ ਸੀ, ਉਹਦਾ ਕੀ ਕਹਿਣਾ ਕਿ ਸੰਗਤਾਂ ਦੀ, ਮੈਂ ਕਹਿ ਦੇਵਾਂ ਜਾਂਦਾ ਜਿੰਨੇ ਬੰਦੇ ਪ੍ਰਾਪਰਟੀ ਦਾ ਕੰਮ ਕਰਦੇ ਹੋ, ਤੁਹਾਨੂੰ ਕਦੇ ਕਿਸੇ ਨੇ ਕਿਹਾ ਵੀ ਆ ਤੁਸੀਂ ਮੇਰੀ ਪ੍ਰਾਪਰਟੀ ਲੈ ਲੈ, ਪਰ ਪਹਿਲਾਂ ਤੂੰ ਪਲੈਨਿੰਗ ਪਰਮਿਸ਼ਨ ਪਾ ਲੈ, ਬਾਅਦ 'ਚ ਮੈਂ ਦੇਖੂੰਗਾ ਤੈਨੂੰ ਦੇਣੀ ਕਿ ਨਹੀਂ। ਇਹ ਰਿਕਾਰਡਡ ਹੈ, ਇਹ ਕੋਈ ਸੁਣੀ ਸੁਣਾਈ ਗੱਲ ਨਹੀਂ। ਤੇ ਇਹ ਗੱਲ ਦੇ ਨਾਲ ਇਹ ਤੁਸੀਂ ਦੇਖ ਲਓ ਵੀ ਇਹਨਾਂ ਨੇ ਉਹ ਸੰਗਤਾਂ ਦਾ ਦਸਬੰਧ ਜਿਹੜਾ ਕਿ ਖਰਾਬ ਕੀਤਾ, ਪਰ ਉਹਦੀ ਕਿਸੇ ਨੇ ਸਵਾਲ ਦਾ ਜਵਾਬ ਅੱਜ ਤੱਕ ਪੁੱਛਿਆ ਨਹੀਂ। ਮੈਂ ਸੰਗਤਾਂ ਨੂੰ ਕਹਿਣਾ ਚਾਹੁੰਦਾ, ਅਸੀਂ ਮੁਰਦੇ ਹਾਂ ਜੇ ਅਸੀਂ ਸਵਾਲ ਨਹੀਂ ਪੁੱਛਦੇ। ਗੁਰੂ ਦੇ ਅਸੀਂ ਉਸ ਦੇ ਬੱਚੇ ਹਾਂ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੇ ਸੂਬੇ ਸਰਹੰਦ ਦੇ ਵਿੱਚ ਜੁੱਤੀ ਮੋਹਰੇ ਕੀਤੀ ਸੀ। ਛੋਟੇ ਸਾਹਿਬਜ਼ਾਦਿਆਂ ਨੇ, ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ, ਇਹ ਜਿਹੜੀ ਗੱਲ ਅਸੀਂ ਉਹਨਾਂ ਦੇ ਵਾਰਸ ਹੈ। ਥੋੜ੍ਹਾ ਜਿਹਾ ਆਪਣੇ ਪਾਰਟੀਆਂ ਤੋਂ ਉੱਤੇ ਉੱਠ ਕੇ ਗੁਰੂ ਦੀ ਗੱਲ ਕਰਿਆ ਕਰੀਏ। ਸੰਧੂ ਸਾਹਿਬ, ਸੰਗਤਾਂ ਨੂੰ ਸਾਊਥਹੈਂਪਟਨ ਦੀਆਂ ਨੂੰ ਕੀ ਕਹਿਣਾ ਚਾਹੁੰਦੇ ਲਾਸਟ ਵਿੱਚ? ਸਾਊਥਹੈਂਪਟਨ ਸੰਗਤਾਂ ਨੂੰ ਮੈਂ ਇਹੀ ਚਾਹੁੰਦਾ ਵੀ ਜਿਹੜੇ ਇਹ ਬੰਦਾ ਕਹਿ ਰਿਹਾ ਚੋਰ ਚੱਕਿਆਂ ਤੋਂ ਬਚ ਕੇ ਰਹੋ, ਨਿਗਾਹ ਖੋਲ੍ਹੋ, ਇਹਨੂੰ ਆਪਣੇ ਆਪ ਵੱਲ ਝਾਤੀ ਜ਼ਰੂਰ ਮਾਰਨੀ ਚਾਹੀਦੀ ਵੀ ਚੋਰ ਚੱਕੇ ਕਿਹਨੂੰ ਕਹਿ ਰਿਹਾ, ਇਹ ਆਪਣੇ ਆਪ ਨੂੰ ਕਹਿ ਰਿਹਾ ਜਾਂ ਕਿਸੇ ਹੋਰ ਨੂੰ ਕਹਿ ਰਿਹਾ। ਤੇ ਦੂਜੀ ਗੱਲ ਜਿਹੜੀ ਆ ਲੋਨ ਦੀ ਗੱਲ ਕਰ ਰਹੇ ਆ, ਮਾਰਚ ਅਪ੍ਰੈਲ ਵਿੱਚ ਜਦੋਂ ਪੈਸੇ ਮੈਟਰੋ ਬੈਂਕ ਨੇ ਮੰਗਣੇ ਸ਼ੁਰੂ ਕੀਤੇ, ਉਦੋਂ 6,10,000 ਦਾ ਲੋਨ ਰਹਿੰਦਾ ਸੀ। ਇਹਨੇ ਹੁਣ ਸਤੰਬਰ ਵਿੱਚ ਆ ਕੇ ਉਹ 8 ਲੱਖ ਬਣਾਤਾ। ਪਤਾ ਨਹੀਂ ਕਿੱਦਾਂ ਬਣਾਤਾ, ਇਹਦੀਆਂ ਫਿਕਰਾਂ ਹੈ ਜਾਂ ਇਹਨੂੰ ਟੋਟਲ ਜਮ੍ਹਾਂ ਨਹੀਂ ਕਰਨਾ ਆਉਂਦਾ ਜਾਂ ਕੋਈ ਕੀ ਕਰਦਾ। ਇੰਨਾ ਝੂਠ ਬੋਲਣਾ, ਮੇਰੀ ਬੇਨਤੀ ਇਹ ਹੈ ਵੀ ਝੂਠ ਬੋਲਣਾ ਛੱਡ ਦੇਵੇ। ਸੱਚਾਈ ਦੀ ਜਿਹੜੀ ਗੱਲ ਉਹ ਕਦੇ ਸਟੇਜ 'ਤੇ ਵੀ ਕਰੇ, ਤੇ ਗੁਰਦੁਆਰਿਆਂ ਦੇ ਉਹਨੂੰ ਕਦੇ ਕਿਸੇ ਤਰੀਕੇ ਨਾਲ ਰੋਕਦਾ, ਕਦੇ ਕਿਸੇ ਤਰੀਕੇ ਨਾਲ ਰੋਕਦਾ, ਤਾਂ ਕਿ ਨਾ ਹੋਣ ਵੀ ਜੇ ਨਿਆਣੇ ਆ ਗਿਆ ਤਾਂ ਹੋ ਸਕਦਾ ਇਹ ਕੰਟਰੋਲ ਨਾ ਕਰ ਲੈਣ। ਇੰਨੀ ਕੁ ਬੇਨਤੀ ਜ਼ਰੂਰ ਹੈ ਵੀ ਬੱਚਿਆਂ ਨੂੰ ਗੁਰਦੁਆਰੇ ਆਉਣ ਦੇਣ ਦੀ ਇਜਾਜ਼ਤ ਦੇਣ। ਤੇ ਇਹਦੇ ਬੱਚੇ ਨਹੀਂ ਆਉਂਦੇ ਤਾਂ ਉਹ ਕਿਸੇ ਦਾ ਕਸੂਰ ਨਹੀਂ, ਇਹਦਾ ਆਪਣਾ ਕਸੂਰ ਹੋਊਗਾ। ਇਹ ਉੱਦਾਂ ਵੀ ਪ੍ਰਚਾਰ ਕਰਦੇ ਨੇ ਯੂਥ ਨੂੰ ਅਸੀਂ ਲਿਆਵਾਂਗੇ, ਪਰ ਇਹ ਯੂਥ ਨੂੰ ਆਪ ਰੋਕਦੇ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਇਹ ਗੱਲ ਮੈਂ ਜ਼ਰੂਰ ਹੈ ਕਿ ਜਿਹੜੀ ਆ ਸ਼ੁਰੂਆਤ ਹੋਈ ਹੈ, ਇਹ ਇਸ ਕੈਨ ਬੀ ਟੂ ਕੰਟੀਨਿਊ, ਇਹ ਕੰਟੀਨਿਊ ਚੱਲਣੀ ਆ। ਇਹਦੇ ਤੋਂ ਬਾਅਦ ਅਸੀਂ ਆਸ ਕਰਾਂਗੇ ਸਰਦਾਰ ਹਰਜਾਪ ਸਿੰਘ ਜੀ ਸ਼ਬਦਾਂ ਦਾ ਖਿਆਲ ਰੱਖਣ, ਤੇ ਜਦੋਂ ਕੋਈ ਡਿਬੇਟ ਜਾਂ ਕੋਈ ਆਪਣੀ ਇੱਦਾਂ ਕੋਈ ਸਟੇਟਮੈਂਟ ਦੇਣੀ ਹੁੰਦੀ ਹੈ, ਥੋੜ੍ਹਾ ਸਮਾਂ ਕੱਢ ਕੇ ਸੰਜਮ ਦੇ ਨਾਲ। ਤੇ ਉਹ ਇਹ ਨਹੀਂ ਕਿ ਆਪਾਂ ਚਾਹ ਦਾ ਕੱਪ ਜਿਹੜਾ ਫੜ ਕੇ ਹੱਥ ਦੇ ਵਿੱਚ ਤੇ ਹਾਸੋਹੀਣੀਆਂ ਗੱਲਾਂ ਇੱਕ ਚਿੱਕ ਦਿਖਾ ਕੇ ਕਰਦੇ ਹੋ, ਇਹ ਚੰਗੀ ਗੱਲ ਨਹੀਂ। ਸੱਚੇ ਪਾਤਸ਼ਾਹ ਨੂੰ ਪਤਾ ਹੈ। ਆਸ ਕਰਦੇ ਹਾਂ ਬਹੁਤ ਗੱਲਾਂ ਕਲੀਅਰ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਜਾਂ ਹੋਏ ਆ। ਇਹ ਹੁਣ ਸੰਗਤਾਂ 'ਤੇ ਅਸੀਂ ਛੱਡ ਦਿੰਦੇ ਹਾਂ। ਇਹੀ ਗੱਲਾਂ ਬਾਤਾਂ ਕਰਦੇ ਹਾਂ, ਕਿਸੇ ਦੀ ਸ਼ਾਨ ਦੇ ਖਿਲਾਫ ਬੋਲ ਹੋਏ ਤਾਂ ਅਸੀਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਅਖੀਰ ਵਿੱਚ ਦਾਸਾਂ ਨੂੰ ਆਸ਼ੀਰਵਾਦ ਦਿਓ ਤੇ ਫਤਿਹ ਦਾ ਜਵਾਬ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।